ਡਾਕਟਰ ਸਾਹਿਬ ਆਪਣੀ ਗੱਲਬਾਤ ਚੱਲ ਰਹੀ ਸੀ ਤੁਸੀਂ ਤੁਹਾਨੂੰ ਇਸ ਗੱਲ ਦਾ ਪਤਾ ਸੀ ਕਿ ਇਹ ਜਿਹੜੇ ਸਰੂਪ ਚਾਈਨਾ ਤੋਂ ਆਏ ਨੇ ਕਿਉਂਕਿ ਆਪਾਂ ਨੂੰ ਪਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਇੱਕੋ ਹੀ ਆਪਣੀ ਜਗ੍ਹਾ ਗੁਰੂ ਰਾਮਦਾਸ ਉੱਥੇ ਸਹਾਏ ਜਿੱਥੇ ਆਪਾਂ ਪ੍ਰਿੰਟ ਕਰ ਸਕਦੇ ਆ ਪੰਥ ਨੇ ਇੱਕੋ ਹੀ ਪ੍ਰੈਸ ਨੂੰ ਜਿਹੜਾ ਉਹਨਾਂ ਨੇ ਅਜੇ ਤੱਕ ਸ਼੍ਰੋਮਣੀ ਕਮੇਟੀ ਨੇ ਅਧਿਕਾਰ ਦਿੱਤਾ ਹੋਵੇ। ਪਹਿਲਾਂ ਚਲੋ ਚਤਰ ਸਿੰਘ ਹੋਣੀ ਛਾਪਦੇ ਰਹੇ, ਉਹਨਾਂ ਤੋਂ ਵੀ ਪ੍ਰੋਬਲਮ ਆਈ ਸੀ ਕਿ ਜਦੋਂ ਤੁਸੀਂ ਉੱਥੋਂ ਮੰਗਾਏ ਤੁਹਾਨੂੰ ਉਦੋਂ ਤੱਕ ਪਤਾ ਸੀ ਕਿ ਇਹ ਚਾਈਨਾ ਤੋਂ ਲਿਆਂਦੇ ਗਏ ਨੇ? हाँ जी, ये पहली गल तो जो तुसीं कहा ना मंगवाए, ये शब्द थोड़ा जिहा मैं चाहुंदा भी करैक्ट कर दिता जाए। असीं किसी तो ग्रुप नहीं मंगवाए, ना ही सानू इस बारे फुल जानकारी सीगी। बड़ी एक क्विक कॉल हुई सीगी जिहड़ी भजनीत सिंह ने मैनूं कीती है जून 2019 दे विच, ते जिहड़ा मेन मुद्दा उस वेले उहने ये उठाया सी कि ਸਰੂਪਾਂ ਦਾ ਸਤਿਕਾਰ ਨਹੀਂ ਹੋ ਰਿਹਾ ਤੇ ਬੇਅਦਬੀ ਹੋ ਰਹੀ ਹੈ, ਵੇਅਰ ਹਾਊਸ ਪਏ ਨੇ। ਉਸ ਵੇਲੇ ਹੁਣ ਜਦੋਂ ਇੱਕ ਬੰਦਾ ਤੁਹਾਨੂੰ ਕਹਿੰਦਾ ਹਾਂਜੀ ਉਹ ਅਚਨਚੇਤ ਉਸ ਵੇਲੇ ਤੁਹਾਨੂੰ ਨਹੀਂ ਇਹਨਾਂ ਗੱਲਾਂ ਦਾ ਉਸ ਵੇਲੇ ਚੇਤਾ ਆਉਂਦਾ, ਤੁਹਾਨੂੰ ਮੇਨ ਹੁੰਦਾ ਕਿ ਜੀ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦਾ ਸਤਿਕਾਰ ਨਹੀਂ ਹੋ ਰਿਹਾ, ਬੇਅਦਬੀ ਹੋ ਰਹੀ ਹੈ। ਤੇ ਉਸ ਵੇਲੇ ਜਿਹੜਾ ਜਵਾਬ ਨਹੀਂ ਦਿੱਤਾ ਸੀ ਕਿ ਸਾਡੇ ਗੁਰਦੁਆਰੇ ਜੇ ਬਾਕੀ ਥਾਵਾਂ ਦੇ ਭੇਜੇ ਜਾ ਰਹੇ ਨੇ, ਸਾਡੇ ਗੁਰਦੁਆਰਾ ਸਾਹਿਬ ਵੀ ਭੇਜ ਦਿੱਤੋ ਦਿੱਤਾ ਜਾਵੇ ਤੇ ਅਸੀਂ ਉਹਨਾਂ ਦਾ ਮਾਨ ਸਤਿਕਾਰ ਕਰਾਂਗੇ। ਇੰਨੀ ਕੁ ਗੱਲ ਹੋਈ ਯਾਰ, ਮੈਂ ਭਜਨੀਤ ਸਿੰਘ ਨੂੰ ਕਿਹਾ ਵੀ ਤੁਸੀਂ ਸਾਡੇ ਗ੍ਰੰਥੀ ਸਾਹਿਬ ਨਾਲ ਇਹ ਸਾਰਾ ਕੋਆਰਡੀਨੇਟ ਕਰ ਲਓ, ਕਿਉਂਕਿ ਉਹ ਕਾਫੀ ਉਹਨਾਂ ਨੂੰ ਗੁਰਬਾਣੀ ਦੀ ਨੌਲੇਜ ਹੈ, ਪੰਥਕ ਰਵਾਇਤਾਂ ਦੀ ਨੌਲੇਜ ਹੈ। ਹਾਂ ਡਾਕਟਰ ਸਾਹਿਬ ਬਿਲਕੁਲ ਇਹ ਆਪਣੀ ਗੱਲ ਹੋ ਚੁੱਕੀ ਹੈ। ਜਦੋਂ ਉਹਨਾਂ ਨੇ ਤੁਹਾਨੂੰ ਭੇਜ ਦਿੱਤੇ, ਜਦੋਂ ਉਹਨਾਂ ਨੇ ਭੇਜ ਦਿੱਤੇ ਤੁਹਾਨੂੰ ਇਸ ਬਾਰੇ ਇਹ ਨਹੀਂ ਪਤਾ ਕਿ ਉਹ ਕਿਸ ਤਰੀਕੇ ਦੇ ਨਾਲ ਭੇਜਣਗੇ? ਤੁਹਾਨੂੰ ਪਤਾ ਸੀ ਉਹ ਕਿੱਦਾਂ ਭੇਜਣਗੇ? ਨਹੀਂ, ਬਿਲਕੁਲ ਨਹੀਂ ਸੀ ਪਤਾ ਜੀ, ਬਿਲਕੁਲ ਸਾਨੂੰ ਕੋਈ ਇਤਲਾਹ, ਕੋਈ ਇਨਫੋਰਮੇਸ਼ਨ, ਕੋਈ ਈਮੇਲ ਕਮੇਟੀ ਵਾਲਿਆਂ ਨੂੰ ਪਤਾ ਨਹੀਂ ਸੀ। ਹੁਣ ਰੱਬ ਜਾਣੇ ਵੀ ਉਹਨਾਂ ਨੇ ਗ੍ਰੰਥੀ ਨੂੰ ਇਹ ਦੱਸਿਆ ਹੋਊਗਾ ਕਿ ਨਹੀਂ ਜੀ ਅਸੀਂ ਮੇਲ ਭੇਜਦੇ ਹਾਂ। ਉਹ ਗ੍ਰੰਥੀ ਹੁਣ ਸੇਵਾ ਮੁਕਤ ਹੈ, ਸਾਡੇ ਕੋਲ ਕੰਮ ਨਹੀਂ ਕਰਦੇ ਉਹ, ਪਰ ਸਾਨੂੰ ਕਿਸੇ ਨੂੰ ਕਮੇਟੀ ਦੇ ਵਿੱਚ ਕਿਸੇ ਨੂੰ ਨਹੀਂ ਸੀ ਪਤਾ। ਸਗੋਂ ਗ੍ਰੰਥੀ ਦੀ ਮੈਨੂੰ ਇੱਕ ਦਿਨ ਬਾਅਦ ਕਾਲ ਆਉਂਦੀ ਹੈ ਤੇ ਮੈਂ ਕਾਫੀ ਉਹਨਾਂ ਦਿਨਾਂ 'ਚ ਬਾਹਰ ਰਹਿੰਦਾ ਸੀ ਕਿ ਜੀ ਇਸ ਤਰ੍ਹਾਂ ਸਰੂਪ ਡੱਬਿਆਂ ਦੇ ਵਿੱਚ ਭੇਜੇ ਗਏ ਨੇ। ਤੇ ਮੈਂ ਕਿਹਾ, ਮੈਂ ਕਿਹਾ ਤੁਸੀਂ ਇਹ ਭਜਨੀਤ ਸਿੰਘ ਨਾਲ ਗੱਲ ਕਰੋ ਵੀ ਇਸ ਤਰ੍ਹਾਂ ਥੋੜੀ ਭੇਜਣਾ ਚਾਹੀਦਾ ਸੀਗਾ ਉਹਨੂੰ ਸਰੂਪਾਂ ਨੂੰ, ਵੀ ਇਹ ਤਾਂ ਬਿਲਕੁਲ ਗਲਤ ਗੱਲ ਹੈ। ਅੱਛਾ ਜੀ। ਬਾਅਦ ਦੇ ਵਿੱਚ ਫਿਰ ਉਹਨਾਂ ਸੇਵਾਦਾਰਾਂ ਤੇ ਗ੍ਰੰਥੀ ਨੇ ਰਲ ਕੇ ਸਾਰੇ ਜਿਹੜੇ ਸਰੂਪ ਪਾਲੇ। ਕਿੰਨੇ ਸਰੂਪ ਆਏ ਸੀ ਤੁਹਾਡੇ ਕੋਲ? ਜਿਹੜੇ ਅਸੀਂ ਜਦੋਂ ਇਹ ਸਾਰੀ ਜਿਹੜਾ ਮੁੱਦਾ ਉੱਠਿਆ ਜੀ, ਉਸ ਤੋਂ ਬਾਅਦ ਅਸੀਂ ਸਾਰਾ ਗ੍ਰੰਥੀ ਨੂੰ ਕਾਲ ਕੀਤੀ, ਸਾਡੇ ਬੋਰਡ ਮੈਂਬਰ ਵੱਲੋਂ। ਅਸੀਂ ਕਿਹਾ ਵੀ ਕਿੰਨੇ ਸਰੂਪ ਤੁਸੀਂ ਵੰਡੇ ਨੇ? ਹਾਂਜੀ, ਉਹ ਕਹਿੰਦੇ ਜੀ ਅਸੀਂ 60 ਸਰੂਪ ਵੰਡੇ ਨੇ। 26 ਸਰੂਪ ਅਸੀਂ ਆਪਣੇ ਨਿਗਰਾਨੀ ਹੇਠ ਜਿਹੜਾ ਨਵਾਂ ਸੇਵਾਦਾਰ ਹੈ ਉਹਦੇ ਨਾਲ ਹੀ 26 ਸਰੂਪ ਹੋਰ ਸੇਵਾਦਾਰਾਂ ਵੱਲੋਂ ਲੈ ਕੇ ਗਏ ਨੇ ਤੇ 21 ਸਰੂਪ ਸਾਡੇ ਗੁਰਦੁਆਰਾ ਸਾਹਿਬ ਹਲੇ ਵੀ ਹੈਗੇ ਨੇ। ਹੁਣ ਦੇਖੋ, ਹੈਰਾਨੀ ਦੀ ਗੱਲ ਹੈ ਵੀ ਬੰਦੇ ਸਾਡੇ ਆਪਣੇ ਇਸ ਕਿਸਮ ਦੇ ਸੌਰੀ ਇੱਥੇ ਕੋਈ ਮੌਸਮ ਦਾ ਕੋਈ ਅਲਰਟ ਹੈ, ਪਰ ਸਾਡੇ ਦੇਖੋ ਜਿਹੜੇ ਗੈਰ ਜ਼ਿੰਮੇਵਾਰ ਬੰਦੇ ਨੇ ਹਰ ਲੈਵਲ ਦੇ ਉੱਤੇ। ਹਾਂਜੀ ਗ੍ਰੰਥੀ ਦੀ ਹੁਣ ਜਿਹੜਾ ਸਾਬਕਾ ਗ੍ਰੰਥੀ ਹੈ, ਕੱਲ ਕਾਲ ਆਈ ਹੈ ਕਿ ਜੀ ਮੈਂ ਕੁਝ ਸਰੂਪ, ਕਿਉਂਕਿ ਇੱਥੇ ਗੁਰਦੁਆਰਾ ਸਾਹਿਬ ਜਗ੍ਹਾ ਨਹੀਂ ਸੀ ਤੇ ਕੁਝ ਸਰੂਪ ਮੈਂ ਘਰਾਂ ਦੇ ਵਿੱਚ ਰਖਵਾਏ ਸੀਗੇ ਤੇ ਉਹ ਘਰਾਂ ਦੇ ਵਿੱਚ ਪਏ ਨੇ ਤੇ ਮੈਂ ਗਿਣਤੀ ਕਰਕੇ ਤੁਹਾਨੂੰ ਦੱਸਦਾ ਵੀ ਉਹ ਕਿੰਨੇ ਸਰੂਪ ਬਾਕੀ ਪਏ ਨੇ। ਤਾਂ ਹੁਣ ਉਹ ਅਸੀਂ ਵੇਟ ਕਰ ਰਹੇ ਹਾਂ ਵੀ ਉਹ ਇਨਫੋਰਮੇਸ਼ਨ ਸਾਨੂੰ ਭੇਜਣਗੇ। ਇਹ ਡਾਕਟਰ ਸਾਹਿਬ ਜਿਹੜੇ ਉਹਨਾਂ ਨੇ ਘਰਾਂ 'ਚ ਰਖਾਏ, ਉਦਾਂ ਆਪਾਂ ਨੂੰ ਪਤਾ ਕਿ ਘਰਾਂ ਦੇ ਵਿੱਚ ਉਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਜਾਂਦੇ ਨੇ ਜਿਹੜੇ ਉਹਨਾਂ ਸੇਵਾ ਨਿਭਾ ਸਕਦੇ ਹੋਣ, ਕਿਉਂਕਿ ਹੁਣ ਜੇ ਘਰਾਂ 'ਚ ਲੋਕਾਂ ਨੇ ਰੱਖੇ ਹੋਣ, ਬੇਅਦਬੀ ਤੇ ਹੋਈ ਹੈ, ਨਾ ਪ੍ਰਕਾਸ਼ ਹੋਇਆ ਨਾ ਸੁੱਖ ਹਾਸਨ ਹੋਇਆ, ਉਹ ਮਤਲਬ ਉਹਨਾਂ ਨੂੰ ਤੁਹਾਡੀ ਕਮੇਟੀ ਨੂੰ ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਜੀ ਉੱਥੇ ਇੱਕ ਪਲੰਗ ਲਗਾ ਕੇ ਇੱਕ ਖਾਸ ਕਮਰੇ ਦੇ ਵਿੱਚ ਸਾਰੇ ਸਰੂਪ ਏਦਾਂ ਘਰਾਂ 'ਚ ਰਖਵਾਏ ਨੇ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਸਾਰਾ ਵੇਰਵਾ ਭੇਜੋ, ਸਾਨੂੰ ਅੱਜ ਜਾਂ ਕੱਲ ਤੱਕ ਸਾਰਾ ਵੇਰਵਾ ਪਤਾ ਲੱਗ ਜਾਏਗਾ। ਅੱਛਾ। ਜਿੰਨੇ ਸਰੂਪ ਸਾਡੇ ਨਿਗਰਾਨੀ ਦੇ ਵਿੱਚ ਜੋ ਸਾਨੂੰ ਪਤਾ ਲੱਗਿਆ ਉਹ ਅਸੀਂ ਜਿਹੜੇ ਪੂਰੀ ਟੋਟਲ ਗਿਣਤੀ ਉਹ 107 ਦੀ ਹੈ। ਹੁਣ ਇਹ ਗ੍ਰੰਥੀ ਸਾਨੂੰ ਦੱਸਦੇ ਨੇ ਵੀ ਕਿੰਨੇ ਇਹਨਾਂ ਨੇ ਘਰਾਂ 'ਚ ਰਖਵਾਏ ਨੇ। ਪਲੰਗ ਦੇ ਵਿੱਚ ਕਹਿੰਦੇ ਮੈਂ ਖਾਸ ਕਮਰੇ ਅਲੱਗ ਕਰਵਾ ਕੇ ਘਰਾਂ 'ਚ ਰਖਵਾਏ ਸੀਗੇ ਤਾਂ ਕਿ ਜਗ੍ਹਾ ਚੰਗੀ ਸਤਿਕਾਰ ਤਹਿਤ ਰੱਖੇ ਜਾ ਸਕਣ। ਤੁਸੀਂ ਜਦੋਂ ਉੱਥੋਂ ਡਿਲੀਵਰੀ ਆਈ ਸੀ, ਜਦੋਂ ਮੰਗਾਏ ਸੀ, ਉਦੋਂ ਤੁਸੀਂ ਉੱਥੇ ਹਾਜ਼ਰ ਸੀ? ਨਹੀਂ, ਮੈਂ ਹਾਜ਼ਰ ਨਹੀਂ ਸੀਗਾ ਤੇ ਮੈਂ ਆਪਣੇ ਆਪ ਨੂੰ ਸਾਰਿਆਂ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਹੈ ਵੀ ਕਿਸ ਤਰ੍ਹਾਂ ਦੇ ਵੀ ਕੋਈ ਉਸ ਵੇਲੇ ਕਿੱਥੇ ਸੀਗਾ ਤੇ ਮੈਨੂੰ ਇਸ ਗੱਲ ਦਾ ਕੋਈ ਮੈਨੂੰ ਗਿਆਤ ਨਹੀਂ ਹੈ ਜਾਂ ਯਾਦ ਨਹੀਂ ਹੈ। ਤੇ ਨਾਲੇ ਜੇ ਐਡੀ ਵੱਡੀ ਕੋਈ ਡਿਲੀਵਰੀ ਆਈ ਹੁੰਦੀ ਤੇ ਉਹ ਜਿਸ ਤਰ੍ਹਾਂ ਕਿਹਾ ਗਿਆ ਜੀ ਵੀ ਉਹ ਗੁਰੂ ਗ੍ਰੰਥ ਸਾਹਿਬ ਦੇ, ਮੈਨੂੰ ਕਿੱਦਾਂ ਪਤਾ ਲੱਗ ਜਾਏਗਾ ਵੀ ਡੱਬਿਆਂ ਦੇ ਵਿੱਚ ਆਏ ਨੇ ਤੇ ਇਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ? ਕਿਸੇ ਨੂੰ ਵੀ ਨਹੀਂ ਪਤਾ ਜਦ ਡੱਬਾ ਜਾਂ ਕਿਸੇ ਨਾਲ ਜਾਂ ਤਾਂ ਉੱਥੇ ਖੋਲਿਆ ਹੋਵੇ
ਹਾਂਜੀ ਤੇ ਕਿਸ ਤਰ੍ਹਾਂ ਮੈਂ ਇਸ ਦਾ ਇਗਨੋਰ ਕਰਕੇ ਫਿਰ ਤੁਹਾਡੇ ਕਹਿਣ ਦਾ ਮਤਲਬ ਫਿਰ ਉਹਨਾਂ ਨੂੰ ਜਿਹੜੇ ਆਪਣੇ ਗ੍ਰੰਥੀ ਸੀ ਉਹਨਾਂ ਨੂੰ ਪਤਾ ਸੀ। ਨਹੀਂ ਪਤਾ ਨਹੀਂ ਜੀ, ਕਿਉਂਕਿ ਉਹ ਤਾਂ ਇਹ ਜਿਹੜਾ ਸੇਵਾਦਾਰ ਨੇ ਗੱਲ ਬਾਹਰ ਕੱਢੀ ਹੈ ਜੀ ਵੀ ਜੀ ਮੈਂ ਉਹਨਾਂ ਨੂੰ ਦੱਸਿਆ ਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ, ਜਦ ਕਿ ਮੈਨੂੰ ਪਤਾ ਹੀ ਨਹੀਂ ਵੀ ਇਹ ਡਿਲੀਵਰੀ ਕਾਹਦੀ ਹੋਈ ਹੈ, ਮੈਨੂੰ ਪਤਾ ਹੀ ਨਹੀਂ ਵੀ ਇਹ ਡਿਲੀਵਰੀ ਇਸ ਤਰ੍ਹਾਂ ਹੋਣੀ ਹੈ, ਤੇ ਮੈਂ ਕਿਸ ਤਰ੍ਹਾਂ ਕਹਿ ਸਕਦਾ। ਜਦੋਂ ਤੁਹਾਨੂੰ ਪਤਾ ਲੱਗਿਆ ਤੁਸੀਂ ਜਿੱਥੋਂ ਆਏ ਸੀ ਤੁਸੀਂ ਉਹਨਾਂ ਦੇ ਨਾਲ ਕੰਟੈਕਟ ਕੀਤਾ ਵੀ ਤੁਸੀਂ ਬੇਅਦਬੀ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ, ਵੀ ਤੁਸੀਂ ਇੱਥੇ ਜਿਸ ਤਰੀਕੇ ਦੇ ਨਾਲ ਤੁਸੀਂ ਡਿਲੀਵਰੀ ਕੀਤੀ ਹੈ? ਇਹ ਜਿਹੜੀ ਗੱਲ ਮੈਂ ਦੱਸਿਆ ਵੀ ਮੈਨੂੰ ਤਾਂ ਗ੍ਰੰਥੀ ਨੇ ਦੱਸਿਆ ਕਿ ਜੀ ਇਸ ਤਰ੍ਹਾਂ ਡਿਲੀਵਰੀ ਕੀਤੀ ਹੈ ਡੱਬਿਆਂ ਦੇ ਵਿੱਚ। ਮੈਂ ਉਹਨੂੰ ਕਿਹਾ ਵੀ ਤੁਸੀਂ ਇਹ ਤੁਹਾਡੇ ਨਾਲ ਕੋਆਰਡੀਨੇਸ਼ਨ ਕੀਤੀ ਸੀ ਭਜਨੀਤ ਸਿੰਘ ਨਾਲ, ਤੁਸੀਂ ਉਹਨੂੰ ਕਾਲ ਕਰੋ, ਇਹ ਠੀਕ ਨਹੀਂ ਕੀਤਾ ਕਹਿਣਾ ਚਾਹੀਦਾ ਸੀਗਾ। ਜਿਹੜੀ ਅਸੀਂ ਹੁਕਮ ਭੁੱਲ ਮੰਨਦੇ ਆ ਕਿ ਸਾਨੂੰ ਉਸ ਵੇਲੇ ਇਸ ਗੱਲ ਦੀ ਇਤਲਾਹ ਜਾਂ ਅਕਾਲ ਤਖ਼ਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਨੂੰ ਦੱਸਣੀ ਚਾਹੀਦੀ ਸੀਗੀ, ਤੇ ਉਹ ਸਾਡੀ ਭੁੱਲ ਹੈਗੀ ਹੈ। ਸਾਡੇ ਕੋਲ ਜਿਸ ਤਰ੍ਹਾਂ ਸਰੂਪ ਆਏ ਨੇ ਜਿਹੜੇ ਕਿ ਅਸੀਂ ਨਹੀਂ ਮੰਗਵਾਏ, ਨਾ ਹੀ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਮੇਲ 'ਚ ਭੇਜੋ, ਪਰ ਜੇ ਆ ਗਏ ਨੇ ਉਹਨਾਂ ਨੂੰ ਅਸੀਂ ਸਤਿਕਾਰ ਤਹਿਤ ਰੱਖਿਆ ਹੈ ਤੇ ਉਹਨਾਂ ਨੂੰ ਸਾਰ ਸੰਭਾਲ ਕੀਤੀ ਹੈ, ਸਤਿਕਾਰ ਨਾਲ ਹੀ ਵੰਡਿਆ ਹੈ। ਪਰ ਜਿਹੜੀ ਕੋਈ ਇਸ ਗੱਲ ਸਾਰੀ ਗੱਲ ਦੇ ਵਿੱਚ ਘਟਨਾਕ੍ਰਮ ਦੇ ਵਿੱਚ ਜਿੱਥੇ ਸਾਡੀ ਗਲਤੀ ਹੈ, ਹਾਂਜੀ ਉਹ ਅਸੀਂ ਮੰਨ ਰਹੇ ਹਾਂ ਤੇ ਅਸੀਂ ਉਸ ਗੱਲ ਦੀ ਬੜੀ ਨਿਮਰਤਾ ਸਹਿਤ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਹੈ ਵੀ ਅਸੀਂ ਮਾਫੀ ਮੰਗਦੇ ਹਾਂ। ਜੇ ਭੁੱਲ ਬਖਸ਼ਾਉਣ ਲਈ ਸਾਨੂੰ ਕਿਹਾ ਜਾਂਦਾ ਆਓ ਤੇ ਆਪਣੀ ਭੁੱਲ ਬਖਸ਼ਾਉਣ ਲਈ ਕੋਈ ਜਿਸ ਤਰ੍ਹਾਂ ਵੀ ਕਾਰਵਾਈ ਤੁਹਾਡੇ ਹਿਸਾਬ ਦੇ ਨਾਲ ਕਿਹੜੀ ਭੁੱਲ ਹੋਈ ਤੁਹਾਡੇ ਕੋਲ? ਪਹਿਲੀ ਤਾਂ ਇਹ ਵੀ ਜਿਹੜਾ ਸਰੂਪ ਆਏ ਸੀਗੇ ਜਿਸ ਤਰ੍ਹਾਂ ਆਏ ਸੀਗੇ ਉਹਦੀ ਇਤਲਾਹ, ਕਿਉਂਕਿ ਡਾਕਟਰ ਸਾਹਿਬ ਆਪਣਾ ਪੰਥ ਜਿਹੜਾ ਬੜਾ ਮਹਾਨ ਹੈ, ਇਹ ਜਦੋਂ ਆਪਾਂ ਇਹਨਾਂ ਦੇ ਨਾਲ ਆਪਾਂ ਸਹੀ ਜਾਣੇ ਅਣਜਾਣੇ ਤੇ ਗਲਤੀ ਜਾਂ ਜਾਣੇ ਜੇ ਹੋ ਜਾਵੇ ਪੰਥ ਆਪਣਾ ਜਿਹੜਾ ਮਾਫੀ ਕਰ ਦਿੰਦਾ, ਪਰ ਇੱਕ ਵਾਰੀ ਜਿਹੜੀ ਸਾਰੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਕਮੇਟੀ ਤੋਂ ਬਗੈਰ, ਕਿਸੇ ਦੀ ਇਜਾਜ਼ਤ ਤੋਂ ਬਗੈਰ, ਕਿਸੇ ਨੂੰ ਐਡਰੈਸ ਦੇਣ ਤੋਂ ਬਗੈਰ ਕੈਲੀਫੋਰਨੀਆ ਤੋਂ ਆਪਣੇ ਆਪ ਆ ਨਹੀਂ ਸਕਦੇ, ਹੋਰ ਕਿਤੇ ਕਿਉਂ ਨਹੀਂ ਚਲੇ ਗਏ? ਨਹੀਂ ਇਹ ਗੱਲ ਮੈਂ ਬਾਜੀ ਫੇਰ ਦੁਬਾਰਾ ਸਪਸ਼ਟ ਕਰਨਾ ਚਾਹੁੰਦਾ। ਹਾਂਜੀ ਬਿਲਕੁਲ ਅਨਐਬੀਗੂਅਸ ਤਰੀਕੇ ਦੇ ਨਾਲ ਮੈਂ ਕਲੀਅਰ ਕਰ ਦੇਣਾ ਚਾਹੁੰਦਾ। ਹਾਂਜੀ ਆਸ ਵੱਲੋਂ ਕਿਸੇ ਨੂੰ ਇਹ ਨਹੀਂ ਕਿਹਾ ਗਿਆ ਕਿ ਤੁਸੀਂ ਇਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾਨੂੰ ਭੇਜੋ, ਸਾਨੂੰ ਲੋੜ ਹੈ, ਸਾਨੂੰ ਛਪਵਾ ਕੇ ਦਿਓ ਤੇ ਸਾਨੂੰ ਮੇਲ ਰਾਹੀਂ ਭੇਜੋ। ਇਹ ਬਿਲਕੁਲ ਅਨਐਬੀਗੂਅਸ ਤਰੀਕੇ ਦੇ ਨਾਲ, ਬਿਲਕੁਲ ਸਪਸ਼ਟ ਤਰੀਕੇ ਦੇ ਨਾਲ ਮੈਂ ਕਲੀਅਰ ਕਰਦਾ। ਤੇ ਡਾਕਟਰ ਸਾਹਿਬ ਤੁਹਾਡੀ ਨੌਲੇਜ ਦੇ ਵਿੱਚ ਡਾਕਟਰ ਸਾਹਿਬ ਆਗੇ ਹਾਂਜੀ ਡਾਕਟਰ ਸਾਹਿਬ ਗਲਤੀ ਜਦੋਂ ਆਗੇ ਜਿਸ ਤਰੀਕੇ ਨਾਲ ਭੇਜੇ ਗਏ ਉਹਦੀ ਇਤਲਾਹ ਸਾਨੂੰ ਅਕਾਲ ਤਖ਼ਤ ਸਾਹਿਬ ਨੂੰ ਭੇਜਣੀ ਚਾਹੀਦੀ ਸੀ ਜਾਂ ਦੱਸਣੀ ਚਾਹੀਦੀ। ਤੇ ਡਾਕਟਰ ਸਾਹਿਬ ਤੁਹਾਡੀ ਨੌਲੇਜ ਦੇ ਵਿੱਚ ਹੋਵੇ ਕੋਈ ਕਮੇਟੀ ਦੇ ਵਿੱਚੋਂ ਜਾਂ ਕੋਈ ਗ੍ਰੰਥੀ ਜਾਂ ਜਿਨ੍ਹਾਂ ਨੇ ਇਹ ਮੰਗਾਏ ਹੋਣ, ਤੁਸੀਂ ਮਤਲਬ ਕਿਸੇ ਕਾਰਨ ਕਰਕੇ ਜਾਂ ਨਾਂ ਨਹੀਂ ਦੱਸਣਾ ਚਾਹੁੰਦੇ ਜਾਂ ਤੁਹਾਨੂੰ ਨਹੀਂ ਪਤਾ? ਨਹੀਂ ਮੈਂ ਦੇਖੋ ਜੀ ਅਸੀਂ ਸਾਰਿਆਂ ਨੂੰ ਪੁੱਛਿਆ, ਕਿਸੇ ਨੂੰ ਪਤਾ ਨਹੀਂ ਸੀਗਾ ਕੋਈ ਇਤਲਾਹ ਨਹੀਂ ਜੇ ਇਸ ਤਰ੍ਹਾਂ ਸਰੂਪ ਭੇਜੇ ਜਾਣਗੇ। ਜਾਂ ਹਾਂ ਜੇ ਭਜਨੀਤ ਸਿੰਘ ਆਪਣੀ ਚੈਟ ਬਾਹਰ ਕੱਢ ਦੇਵੇ ਕਿ ਜੀ ਮੇਰੀ ਗ੍ਰੰਥੀ ਨਾਲ ਗੱਲ ਹੋਈ ਸੀਗੀ, ਉਹ ਵੱਖਰੀ ਗੱਲ ਹੈ, ਉਹ ਗ੍ਰੰਥੀ ਨੇ ਸਾਨੂੰ ਕਦੀ ਨਹੀਂ ਦੱਸਿਆ। ਦੂਜੀ ਗੱਲ ਇਹ ਹੈ ਵੀ ਖਮਿੰਦਰ ਸਿੰਘ ਨੇ ਕਹਿ ਲਓ ਵੀ ਜਿਹੜੀ ਚੈਟ ਉਹਨੇ ਭਜਨੀਤ ਸਿੰਘ ਬਾਰੇ ਰਿਲੀਜ਼ ਕੀਤੀ ਹੈ ਉਹ ਕੋਈ ਚੈਟ ਕੱਢ ਦੇਵੇ, ਦੱਸ ਦੇਵੇ ਕਿ ਜੀ ਰਾਜਵੰਤ ਸਿੰਘ ਨਾਲ ਮੇਰੀ ਆਹ ਗੱਲ ਹੋਈ ਸੀ, ਜਿਹੜੀ ਐਗਜ਼ਿਸਟ ਹੀ ਨਹੀਂ ਕਰਦੀ। ਮੇਰੀ ਜਿਹੜੀ ਚੈਟ ਵੀ ਗੱਲ ਹੋਈ ਹੈ, ਮੈਨੂੰ ਇੱਕ ਕਮੇਟੀ ਵੱਲੋਂ ਜਿਹੜੀ ਨਵੀਂ ਕਮੇਟੀ ਬਣੀ ਹੈ ਉਹਨਾਂ ਵੱਲੋਂ ਕਿਹਾ ਜੀ ਭਜਨੀਤ ਸਿੰਘ ਨਾਲ ਤੁਹਾਡੀ ਗੱਲਬਾਤ ਹੋਈ ਸੀ, ਚੈਟ ਰਿਲੀਜ਼ ਦੱਸੋ ਸਾਨੂੰ। ਉਹ ਚੈਟ ਦੇ ਵਿੱਚ ਜੂਨ 22 ਤਰੀਕ ਨੂੰ ਕਹਿੰਦਾ ਜੀ ਅੰਕਲ ਜੀ ਕੈਨ ਆਈ ਕਾਲ ਯੂ, ਕੈਨ ਯੂ ਕਾਲ ਮੀ ਵੈਨ ਯੂ ਗੈਟ ਅ ਚਾਂਸ। ਆ ਕੇ ਚੈਟ ਦੇ ਵਿੱਚ ਸਿਰਫ ਇੰਨੀ ਕੁ ਗੱਲ। ਉਸ ਤੋਂ ਬਾਅਦ ਤੁਹਾਡੀ ਗੱਲ ਹੋਈ ਉਹਨਾਂ ਨਾਲ? ਗੱਲ ਹੋਈ ਨਹੀਂ ਕਦੀ। ਅੱਛਾ, ਮਤਲਬ ਜਦੋਂ ਸਾਰਾ ਮੁੱਦਾ ਬਾਹਰ ਆਇਆ ਉਹਨਾਂ ਨੂੰ ਮੈਂ ਅੱਜ 15-20 ਦਿਨ ਪਹਿਲਾਂ ਕਾਲ ਕੀਤੀ ਹੈ। ਤੇ ਜਿਹੜੇ ਆਪਾਂ ਉੱਥੋਂ ਬਾਅਦ ਦੇ ਵਿੱਚ ਜਿੱਦਾਂ ਹੁਣ ਸਾਰੇ ਵੀ UPS ਟਰੱਕਾਂ ਦੇ ਵਿੱਚ ਜਾਂ ਇੱਧਰ ਉੱਧਰ ਜਿਹੜੇ ਟਰਾਂਸਪੋਰਟ ਕੀਤੀ ਗਈ, ਉਹ ਵੀ ਦੇਖੋ ਇੱਕ ਬੜੀ ਵੱਡੀ ਬੇਅਦਬੀ ਹੋਈ, ਉਸ ਦੇ ਬਾਰੇ ਤੁਸੀਂ ਕੀ ਕਹੋਗੇ? ਉਹ ਤਾਂ ਬਿਲਕੁਲ ਮਾੜੀ ਗੱਲ ਹੈ ਜੀ, ਬਿਲਕੁਲ। ਇਹ ਤਾਂ ਜਦੋਂ ਅਸੀਂ ਕਹਿੰਦੇ ਹਾਂ ਵੀ ਜੁਗਾ ਟੱਲ ਗੁਰੂ ਗ੍ਰੰਥ ਸਾਹਿਬ ਮੌਜੂਦਾ ਜਾਤੀ ਜੋਤ ਨੇ ਤੇ ਉਹਨਾਂ ਨੂੰ ਇਸ ਤਰ੍ਹਾਂ ਟਰਾਂਸਪੋਰਟ ਕਰਨਾ ਜਾਂ ਉਹਨਾਂ ਨੂੰ ਡਿਲੀਵਰ ਕਰਨਾ, ਇਹ ਤਾਂ ਪੰਥਕ ਰਵਾਇਤਾਂ ਦੇ ਬਿਲਕੁਲ ਉਲਟ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੈ ਇਹਦੇ ਵਿੱਚ। ਤੇ ਮੈਂ ਤੁਹਾਨੂੰ ਬਾਜਵਾ ਜੀ ਇਹ ਵੀ ਦੱਸਣਾ ਚਾਹੁੰਦਾ ਕਿ 1 ਸਾਲ ਪਹਿਲਾਂ
ਆਪਣਾ ਅਗਸਤ 2018 ਦੇ ਵਿੱਚ ਸਾਨੂੰ ਇੱਥੇ ਸਰੂਪਾਂ ਦੀ ਲੋੜ ਸੀ। ਕੁਝ ਸੰਗਤਾਂ ਮੈਂਬਰਾਂ ਦੇ ਵੱਲੋਂ ਰਿਕੁਐਸਟ ਸੀ ਵੀ ਸਾਨੂੰ ਸਰੂਪਾਂ ਦੀ ਲੋੜ ਹੈ। ਅਸੀਂ ਇੱਥੋਂ ਖਾਸ ਇੱਕ ਬੱਸ ਰੈਂਟ ਕਰਕੇ 5 ਅਮਰਧਾਰੀ ਸਿੰਘ ਲੈ ਕੇ ਅਸੀਂ ਟੋਰਾਂਟੋ ਗਏ। ਟੋਰਾਂਟੋ ਦੇ ਵਿੱਚ ਉਹਨਾਂ ਨੇ ਵੀ ਵੈਰੀਫਾਈ ਕੀਤਾ, ਫੋਟੋਆਂ ਖਿੱਚੀਆਂ, ਸਾਡੇ ਐਡਰੈਸਿਸ ਲਏ ਕਿ ਜੀ 5 ਸਰੂਪ ਤੁਹਾਡੇ ਨਾਲ ਭੇਜੇ ਜਾ ਰਹੇ ਨੇ। ਅਸੀਂ ਉਹ ਸਰੂਪ ਉਚੇਰੀ ਥਾਂ ਦੇ ਉੱਤੇ ਰੱਖ ਕੇ ਬੱਸ ਦੇ ਵਿੱਚ ਸਰੂਪ ਇੱਥੇ ਲੈ ਕੇ ਆਏ। ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਰੂਪ ਹੈ ਉਹ ਇਸ ਵੇਲੇ ਸਾਡੇ ਕੋਲ ਸੁਭਾਈਮਾਨ ਹੈ ਗੁਰਦੁਆਰਾ ਸਾਹਿਬ ਦੇ ਵਿੱਚ। ਬਾਕੀ ਕੁਝ ਪਰਿਵਾਰਾਂ ਚੋਂ ਭੇਜੇ ਨੇ। ਸਾਨੂੰ ਤਾਂ ਇਹ ਪਤਾ ਹੈ ਵੀ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਹੈ। ਪਰ ਹੁਣ ਅਜਨਚੇਤ ਬੰਦਾ ਕੋਈ ਏਦਾਂ ਭੇਜ ਦਿੰਦਾ ਕਿ ਜੀ ਸਤਿਕਾਰ ਨਹੀਂ ਹੋ ਰਿਹਾ, ਜੀ ਤੁਸੀਂ ਦੱਸੋ ਜੀ ਤੁਹਾਡੇ ਗੁਰਦੁਆਰਾ ਸਾਹਿਬ ਭੇਜ ਦਈਏ। ਹੁਣ ਕਹਿ ਹੋ ਰਿਹਾ ਜਿਹੜਾ ਪਿਛਲੇ ਸਮਿਆਂ 'ਚ ਸੇਵਾ ਕਰਦਾ ਰਿਹਾ ਤੇ ਅਜਨਚੇਤ ਮੇਲ ਦੇ ਵਿੱਚ ਭੇਜ ਦਿੰਦਾ। ਸਾਡੀ ਉਹਦੇ ਵਿੱਚ ਗਲਤੀ ਤਾਂ ਨਹੀਂ ਹੈ ਜੀ। ਸਾਡੀ ਗਲਤੀ ਇਹ ਹੈ ਵੀ ਜਦੋਂ ਆ ਗਏ ਸਰੂਪ ਜਿਸ ਢੰਗ ਨਾਲ ਭੇਜੇ ਗਏ ਸੀਗੇ ਉਹਦੀ ਇਤਲਾਹ ਸਾਨੂੰ ਅਕਾਲ ਤਖਤ ਦੀਆਂ ਸ਼੍ਰੋਮਣੀ ਕਮੇਟੀ ਭੇਜਣੀ ਚਾਹੀਦੀ ਸੀਗੀ। ਉਸ ਬਾਰੇ ਅਸੀਂ ਨਿਮਰਤਾ ਸਹਿਤ ਅਕਾਲ ਤਖਤ ਸਾਹਿਬ ਨੂੰ ਭੇਜੀ ਹੈ। ਇੱਥੇ ਮੀਟਿੰਗ ਹੋਈ ਹੈ, ਪਬਲਿਕਲੀ ਅਸੀਂ ਸਾਰੇ ਗੱਲਾਂ ਦੇ ਜਵਾਬ ਵੀਡੀਓ ਦੇ ਵਿੱਚ ਰਿਕਾਰਡ ਕੀਤੇ ਗਏ ਨੇ। ਉਹ ਵੀਡੀਓ ਅਕਾਲ ਤਖਤ ਸਾਹਿਬ ਭੇਜੀ ਗਈ ਹੈ। ਸੋ ਸਾਨੂੰ ਇਸ ਗੱਲੋਂ ਬਿਲਕੁਲ ਕੋਈ ਝਿਜਕ ਨਹੀਂ ਹੈ। ਜਿੱਥੇ ਸਾਡੀ ਗਲਤੀ ਹੈ ਅਸੀਂ ਮੰਨਣ ਲਈ ਤਿਆਰ ਹਾਂ। ਇਹ ਡਾਕਟਰ ਸਾਹਿਬ ਕਿਹੜੇ ਸੰਨ ਦੀ ਗੱਲ ਹੋਵੇ? ਹਾਂਜੀ, ਕਿਹੜੇ ਸੰਨ ਦੀ ਗੱਲ ਹੈ? ਇਹ 2019 ਦੀ 2019 ਹੈ। ਮਤਲਬ 2019 ਤੋਂ ਲੈ ਕੇ 2022 ਤੱਕ ਇਹ ਕਾਫੀ ਹੁਣ ਤੋਂ ਥੋੜੇ ਦਿਨ ਪਹਿਲਾਂ ਤੱਕ ਇਹ ਬਿਲਕੁਲ ਸ਼ਾਂਤ ਸੀ, ਕਿਸੇ ਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਸੀ। ਜਦੋਂ ਇਹ ਗੱਲ ਬਾਹਰ ਆਈ ਹੈ, ਜਦੋਂ ਸਾਰੇ ਪਾਸੇ ਫੈਲੀ ਹੈ, ਇਹ ਫੇਰ ਗੱਲ ਸ਼ੁਰੂ ਹੋਈ ਹੈ। ਹਾਂ, ਉਸ ਸਮੇਂ ਦੌਰਾਨ ਵੀ ਆਪਾਂ ਨੂੰ ਸਾਰਿਆਂ ਨੂੰ ਜਿਹੜੇ ਇਹਦੇ ਵਿੱਚ ਜਿਨ੍ਹਾਂ ਦਾ ਰੋਲ ਸੀ ਉਹਨਾਂ ਨੂੰ ਜ਼ਰੂਰ ਇਸ ਦੇ ਬਾਰੇ ਆਪ ਹੀ ਗੱਲ ਕਰਕੇ ਜਿਹੜੀ ਇਹ ਕਲੀਅਰ ਕਰਨੀ ਚਾਹੀਦੀ ਸੀ ਵੀ ਇਹ ਸਾਡੇ ਕੋਲੋਂ ਗਲਤੀ ਹੋਈ ਹੈ। ਪਰ ਜਿਨ੍ਹਾਂ ਨੇ ਜਿੱਦਾਂ ਸਰੂਪ, ਹੁਣ ਇੱਥੇ ਨਿਊਯਾਰਕ ਦੇ ਵਿੱਚ ਵੀ 5 ਸਰੂਪ ਆਏ ਨੇ ਉਹਨਾਂ ਦੇ ਵਿੱਚੋਂ, ਪਰ ਉਹਨਾਂ ਨਾਲ ਵੀ ਅਸੀਂ ਗੱਲ ਕੀਤੀ ਸੀ ਰਾਤੀ। ਗਿਆਨੀ ਭੁਪਿੰਦਰ ਸਿੰਘ ਕੋਲ 5 ਸਰੂਪ ਆਏ ਨੇ। ਉਹ ਕਹਿੰਦੇ ਅਸੀਂ ਸਾਡੇ ਸਿੰਘ ਗਏ ਨਾ ਮੈਰੀਲੈਂਡ ਤੋਂ, ਜਿੱਥੇ ਵੀ ਸੀ ਉੱਥੋਂ ਜਾ ਕੇ ਅਸੀਂ ਬੜੇ ਸਤਿਕਾਰ ਦੇ ਨਾਲ ਸਪੈਸ਼ਲ ਗੱਡੀਆਂ ਭੇਜ ਕੇ ਲਿਆਏ ਆ ਉਹ ਸਰੂਪ ਦੇ ਵਿੱਚ। ਅੱਛਾ ਡਾਕਟਰ ਸਾਹਿਬ, ਇੱਕ ਹੋਰ ਗੱਲ, ਤੁਸੀਂ ਜਦੋਂ ਸਰੂਪ ਆਏ, ਜਦੋਂ ਤੁਹਾਨੂੰ ਸ਼ੱਕ ਹੋ ਗਈ ਕਿ ਇਹ ਸ਼੍ਰੋਮਣੀ ਕਮੇਟੀ ਦੇ ਨਹੀਂ, ਤੁਸੀਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸੇ ਗ੍ਰੰਥੀ ਦੇ ਕੋਲੋਂ ਇਹ ਸਾਰਾ ਚੈੱਕ ਕਰਾਇਆ ਕਿ ਇਹਦੇ ਵਿੱਚ ਕੋਈ ਚੇਂਜ ਤੇ ਨਹੀਂ ਹੋਈ? ਜਦੋਂ ਆਪਣਾ ਗੁਰੂ ਗ੍ਰੰਥ ਸਾਹਿਬ ਜੀ 1 ਓਂਕਾਰ ਤੋਂ ਲੈ ਕੇ 18, 10, 20 ਤੱਕ ਮਤਲਬ ਤੁਸੀਂ ਇਹ ਸਾਰਾ ਚੈੱਕ ਕੀਤਾ ਸੀ? ਹਾਂਜੀ ਹਾਂਜੀ, ਬਿਲਕੁਲ ਜੀ। ਇਹ ਜਦੋਂ ਸਰੂਪ ਆ ਗਏ ਤੇ ਫਿਰ ਗ੍ਰੰਥੀ ਸਾਹਿਬ ਨੂੰ ਹੀ ਬੋਰਡ ਦੇ ਵਿੱਚ ਬੁਲਾ ਕੇ ਇੰਸਟਰਕਸ਼ਨ ਦਿੱਤੀ ਗਈ ਸੀ ਕਿ ਤੁਸੀਂ ਇੱਕ ਸਹਿਜ ਪਾਠ ਕਰੋ, ਸਹਿਜ ਪਾਠ ਕਰਕੇ ਪੂਰਾ ਚੈੱਕ ਕਰੋ। ਨਾਲ 1-2 ਪਰਿਵਾਰ ਜਿਹੜੇ ਸਾਡੇ ਗੁਰਦੁਆਰਾ ਸਾਹਿਬ ਦੇ ਨੇੜੇ ਰਹਿੰਦੇ ਸੀਗੇ, ਰੈਗੂਲਰ ਸਹਿਜ ਪਾਠ ਕਰਦੇ ਨੇ, ਉਹਨਾਂ ਦੇ ਘਰਾਂ ਦੇ ਵਿੱਚ ਵੀ ਇਹ ਸਰੂਪ ਗਏ ਸੀਗੇ। ਉਹਨਾਂ ਨੂੰ ਵੀ ਬੇਨਤੀ ਕੀਤੀ ਕਿ ਵੀ ਤੁਸੀਂ ਇੱਕ ਵਾਰੀ ਬਿਲਕੁਲ ਚੈੱਕ ਕਰ ਲਓ। ਜਦੋਂ ਇਹ ਚੈੱਕ ਹੋ ਗਿਆ, ਸਹਿਜ ਪਾਠ ਹੋ ਗਿਆ, ਗ੍ਰੰਥੀ ਨੇ ਆ ਕੇ ਮੀਟਿੰਗ ਵਿੱਚ ਕਿਹਾ ਤੇ ਮੀਟਿੰਗ ਦੇ ਮਿੰਟਸ ਅਸੀਂ ਰਿਕਾਰਡ ਕੀਤੇ ਹੋਏ। ਜਿਹਦੇ ਵਿੱਚ ਉਹਨੇ ਕਿਹਾ ਕਿ ਇਹ ਸਰੂਪ ਬਿਲਕੁਲ ਠੀਕ ਨੇ, ਇਹਨਾਂ ਦੀ ਕੋਈ ਗਲਤੀ ਨਹੀਂ ਹੈ। ਔਰ ਉਹਨਾਂ ਸਰੂਪਾਂ ਦੇ ਉੱਤੇ ਲਿਖਿਆ ਹੋਇਆ ਕਿ ਇਹ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਛਾਪੇ ਦੇ ਆਧਾਰ ਦੇ ਉੱਤੇ ਜਾਂ PDF ਦੇ ਆਧਾਰ ਦੇ ਉੱਤੇ ਹੀ ਹਨ। ਉਹ ਗਲਤ ਲਿਖਿਆ ਹੈ ਨਾ, ਉਹ ਗਲਤ ਲਿਖਿਆ। ਪੂਰੀ ਛਾਣਬੀਨ ਕਰਕੇ ਹੀ ਫਿਰ ਅਸੀਂ ਅਨਾਉਂਸ ਕੀਤਾ ਸੀ ਵੀ ਜਿਨ੍ਹਾਂ ਨੂੰ ਸਰੂਪਾਂ ਦੀ ਘਰਾਂ ਦੇ ਵਿੱਚ ਪ੍ਰਕਾਸ਼ ਕਰਨ ਦੀ ਚਾਹ ਹੈ ਉਹ ਜ਼ਰੂਰ ਇਸ ਤੋਂ ਸਤਿਕਾਰ ਸਾਹਿਬ ਲਿਜਾ ਸਕਦੇ ਨੇ, ਗ੍ਰੰਥੀ ਸਾਹਿਬ ਦੇ ਨਾਲ ਕੋਆਰਡੀਨੇਟ ਕਰਕੇ। ਤੁਹਾਨੂੰ ਪਤਾ ਕਿ ਤਮਿੰਦਰ ਸਿੰਘ ਜਿਹੜਾ ਨੇ ਆਨਲਾਈਨ ਗੁਰੂ ਗ੍ਰੰਥ ਸਾਹਿਬ ਜੀ ਉਹਦੇ ਵਿੱਚ ਉਹਨਾਂ ਨੇ ਕਾਫੀ ਚੇਂਜਸ ਲਿਆਂਦੀਆਂ ਨੇ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਚੇਂਜਸ ਉਹਦੇ ਵਿੱਚ ਉਹਨਾਂ ਨੇ ਕੀਤੀਆਂ ਨੇ। ਹਾਂਜੀ, ਸਾਨੂੰ ਇਹ ਜਦੋਂ ਇਹ ਸਾਰੀ ਗੱਲ ਪਤਾ ਲੱਗੀ ਹੈ ਉਸ ਤੋਂ ਬਾਅਦ ਹੀ ਅਸੀਂ ਸਾਡੇ ਕੰਨ ਖੜੇ, ਅਸੀਂ ਦੁਬਾਰਾ ਫੇਰ ਬਾਜਵਾ ਜੀ ਅਸੀਂ ਦੁਬਾਰਾ ਫੇਰ ਚੈੱਕ ਕੀਤਾ। ਫਿਰ ਅਸੀਂ ਸਾਡੇ ਕਮੇਟੀ ਦੇ ਵਿੱਚ ਤੇ ਸੰਗਤ ਦੇ ਵਿੱਚ ਜਿਹੜੇ ਗੁਰਬਾਣੀ ਦੇ ਗਿਆਤਾ ਲੋਕ ਨੇ ਉਹਨਾਂ ਨੂੰ ਦੁਬਾਰਾ ਕਾਲ ਕਰਕੇ ਕਿਹਾ ਵੀ ਭਾਈ ਦੁਬਾਰਾ ਇੱਕ ਵਾਰੀ ਫੇਰ ਚੈੱਕ ਕਰੋ। ਤੇ ਉਹ ਜਿਹੜੇ ਪੇਜਾਂ ਦੀ ਫੋਟੋਆਂ ਬਾਹਰ ਆਈਆਂ ਸੀਗੀ, ਇਸ ਉੱਤੇ ਪੁਰਾਣੇ ਅੱਖਰ ਦੇ ਉੱਤੇ ਨਾਲ ਬਿੰਦੀ ਟਿੱਪੀ ਤਾਂ ਨਹੀਂ ਲੱਗੀ ਹੋਈ, ਉਹ ਸਾਰੇ ਦੁਬਾਰਾ ਚੈੱਕ ਕੀਤੇ ਗਏ। ਉਹਨਾਂ ਸਾਡੇ ਜਿਹੜੇ ਕੋਲ ਸਰੂਪ ਆਏ ਨੇ ਉਹਨਾਂ ਵਿੱਚ ਕੋਈ, ਕਿਉਂਕਿ ਹੈ ਹੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਛਾਪੇ ਦੇ ਆਧਾਰ ਦੇ ਉੱਤੇ। ਪਰ ਨਾਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਵੀ ਕਿਸੇ ਵੱਲੋਂ ਵੀ ਇਸ ਤਰ੍ਹਾਂ ਇੰਡੀਵਿਜੂਅਲ ਕੋਈ ਹੱਕ ਨਹੀਂ ਹੋਣਾ ਚਾਹੀਦਾ ਵੀ ਉਹ ਗੁਰਬਾਣੀ ਦੇ ਨਾਲ ਜਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਨਾਲ ਕੋਈ ਛੇੜਛਾੜ ਕਰੇ। ਇਹ ਮਸਲਾ ਅਕਾਲ ਤਖਤ ਦਾ ਹੈ,
ਅਕਾਲ ਤਖਤ ਦੇ ਘੇਰੇ ਥੱਲੇ ਹੈ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਵੱਲੋਂ ਜੋ ਫੈਸਲਾ ਕੀਤਾ ਜਾਂਦਾ ਉਹੀ ਪੰਥ ਨੂੰ ਪ੍ਰਵਾਨ ਹੋਣਾ ਚਾਹੀਦਾ। ਸੋ ਸਾਡੇ ਵੱਲੋਂ ਬਿਲਕੁਲ ਇਸ ਦੀ ਅਸੀਂ ਇਹ ਜਿਹੜੀ ਉਲੰਘਣਾ ਹੋਈ ਹੈ ਇਹਦੀ ਅਸੀਂ ਪੁਰਜ਼ੋਰ ਨਿੰਦਾ ਕਰਦੇ। ਡਾਕਟਰ ਸਾਹਿਬ ਉਹਦੇ ਵਿੱਚ ਤੁਸੀਂ ਆਨਲਾਈਨ ਉਹਨਾਂ ਦਾ ਦੇਖਿਆ ਵੇ ਜਿਹੜੇ ਡਾਕਟਰ ਤਮਿੰਦਰ ਸਿੰਘ ਹੋਣਾ ਨੇ ਉਹਨਾਂ ਦੇ ਤੁਸੀਂ ਉਹ ਸਾਰਾ ਦੇਖਿਆ ਆਨਲਾਈਨ ਜਾ ਕੇ ਜਿਹੜਾ ਉਹ ਕਹਿੰਦੇ ਸੀ ਮੈਂ ਹੋਰ 10 ਆਨਲਾਈਨ ਨਹੀਂ ਦੇਖਿਆ, ਮੈਨੂੰ ਤਾਂ ਕਿਸੇ ਨੇ ਉਹ ਜਿਹੜੇ WhatsApp ਦੇ ਉਹਨਾਂ ਦੇ ਵਿੱਚ ਉਹਨਾਂ ਨੇ ਮਦਾਵਨੀ ਤੋਂ ਬਾਅਦ ਰਾਗਮਾਲਾ ਤੋਂ ਪਹਿਲਾਂ ਉਹਨਾਂ ਨੇ ਇੱਕ ਜਿਹੜਾ ਵਿੱਚ ਪੇਜ ਜਿਹੜਾ ਉਹਨਾਂ ਨੇ ਬਿਲਕੁਲ ਉਹਨੂੰ ਬਲੈਂਕ ਰੱਖਿਆ। ਉਹ ਜਿਹੜਾ ਖਾਲੀ ਰੱਖਣ ਦਾ ਮਤਲਬ ਜਿਹੜਾ ਇਹ ਇੱਕ ਬੜੀ ਵੱਡੀ ਡੂੰਘੀ ਸਾਜ਼ਿਸ਼ ਲੱਗਦੀ ਹੈ ਕਿ ਆਪਾਂ ਨੂੰ ਪਤਾ ਕਿ ਸਾਡੇ ਕੋਲ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੈ ਜਿਨ੍ਹਾਂ ਦੇ ਵਿੱਚ ਕੋਈ ਚੇਂਜ ਨਹੀਂ ਕਰ ਸਕਦਾ, ਕੋਈ ਸਿਹਾਰੀ ਦੀ ਬਿਹਾਰੀ ਨਹੀਂ ਕਰ ਸਕਦਾ। ਉਹਦੇ ਵਿੱਚ ਵੀ ਬਹੁਤ ਕੁਝ ਚੇਂਜਸ ਹੋਈਆਂ ਹਨ, ਕਾਫੀ ਉਹਦੇ ਵਿੱਚ ਚੇਂਜਸ। ਉਹ ਜਿਹੜਾ ਇੱਕ ਵਿੱਚ ਖਾਲੀ ਛੱਡਣ ਦਾ ਮਤਲਬ ਇਹ ਵੇ ਕੱਲ ਨੂੰ ਜੋ ਮਰਜ਼ੀ ਅਸੀਂ ਕੱਲ ਨੂੰ ਕਹਾਂਗੇ RSS ਨੇ ਕੀਤਾ ਉਹਨੇ ਕੀਤਾ। ਅੱਜ ਆਪਣੇ ਹੀ ਆਨੰਦ ਵਰਗੇ ਜਾਂ ਆਪਣੇ ਜਿਹੜੇ ਬੰਦੇ ਇਹਦੇ ਵਿੱਚ ਇਨਵੋਲਵ ਹਨ ਉਹ ਆਪ ਹੀ ਅੱਜ ਇਹ ਚਾਲਾਂ ਕਿਸੇ ਦੇ ਕਹਿਣ ਤੇ ਚੱਲ ਰਹੇ ਹਨ ਜਾਂ ਕਿੱਦਾਂ ਕਰ ਰਹੇ ਹਨ। ਇਹ ਸਾਡੀ ਕੌਮ ਦੇ ਲਈ ਇੱਕ ਬੜੀ ਵੱਡੀ ਇੱਕ ਜਿਹੜੀ ਅਵੇਅਰਨੈਸ ਕਾਲ ਹੈ ਕਿ ਸਾਨੂੰ ਜਿੱਥੇ ਮਰਜ਼ੀ ਬੈਠੇ ਹੋਈਏ ਸਾਨੂੰ ਇਹ ਅਵੇਅਰ ਹੋਣਾ ਪਏਗਾ। ਉਹ ਪੇਜ ਛੱਡਣ ਦਾ ਮਤਲਬ ਜਿਹੜਾ ਇੱਕ ਬੜੀ ਵੱਡੀ ਡੂੰਘੀ ਸਾਜ਼ਿਸ਼ ਹੈ ਜਿਹੜੀ ਸਾਡੀ ਕੌਮ ਨੂੰ ਸਾਨੂੰ ਇੱਕ ਬਹੁਤ ਵੱਡਾ ਸੈਟਬੈਕ ਉਹਦੇ ਨਾਲ ਹੋ ਸਕਦਾ। ਬਿਲਕੁਲ ਜੀ, ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਵੀ ਕਿਸੇ ਵੀ ਬੰਦੇ ਨੂੰ ਭਾਵੇਂ ਜਿੰਨਾ ਮਰਜ਼ੀ ਉਹ ਅਮੀਰ ਹੋਵੇ, ਪੰਥ ਦੀ ਉਹਦੀ ਸੇਵਾ ਹੋਵੇ ਜਾਂ ਉਹਨੂੰ ਬਹੁਤਾ ਗਿਆਨ ਹੋਵੇ, ਇਟ ਡਸ ਨਾਟ ਮੈਟਰ। ਉਹਦਾ ਕੋਈ ਲੇਖੇ ਨਹੀਂ ਹੈ ਜੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਨਾਲ ਜਾਂ ਇੱਕ ਓਂਕਾਰ ਤੋਂ ਲੈ ਕੇ ਜਿੱਦਾਂ ਤੁਸੀਂ ਕਿਹਾ 18 10 20 ਤੱਕ ਕਿਸੇ ਵੀ ਰੂਪ ਦੇ ਵਿੱਚ ਉਹ ਜੇ ਚੇਂਜਸ ਕਰਦਾ ਉਹਨੂੰ ਬਿਲਕੁਲ ਉਹਦੇ ਤੇ ਰੋਕ ਲੱਗਣੀ ਚਾਹੀਦੀ ਹੈ। ਦੇਖੋ ਜੀ ਸਾਡੇ ਗੁਰੂਆਂ ਦੇ ਟਾਈਮ ਤੇ ਉਸ ਸਮੇਂ ਦੇ ਜਿਹੜੇ ਆਪਣੇ ਵੱਡੇ ਵੱਡੇ ਰਾਜੇ ਘੁੰਮਦੇ ਸੀ। ਹੁਣ ਤੁਸੀਂ ਦੇਖੋ ਉਹਨਾਂ ਨੇ ਕਿਹਾ ਸੀ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਉਹਨਾਂ ਨੇ ਕਿਹਾ ਸੀ ਇੱਥੇ ਬੇਈਮਾਨ ਲਿਖ ਦਿਓ। ਉਹਨਾਂ ਨੇ ਮਤਲਬ ਆਪਾਂ ਨੂੰ ਜਿਹੜਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਿੱਤਾ ਉਹਦੇ ਵਿੱਚ ਕੋਈ ਚੇਂਜ ਜਦੋਂ ਉਹਨਾਂ ਦੇ ਸਮੇਂ ਦੇ ਵਿੱਚ ਬਾਅਦ ਚ ਨਹੀਂ ਹੋਈ ਤੇ ਅਸੀਂ ਅੱਜ ਦੇ ਇਸ ਕਲਯੁਗ ਦੇ ਵਿੱਚ ਅਸੀਂ ਕੌਣ ਆ? ਖਾਸ ਕਰਕੇ ਜਿਹੜੇ ਸਿੱਖ ਹੀ ਇਹ ਕਰਨ ਦੀ ਕੋਸ਼ਿਸ਼ ਕਰ ਰਹੇ, ਬੜੀ ਇਹ ਸ਼ਰਮਨਾਕ ਇੱਕ ਗੱਲ ਹੈ। ਬਿਲਕੁਲ ਜੀ ਬਾਜਵਾ ਜੀ, ਅਸੀਂ ਤਾਂ ਹਰ ਸਾਲ ਇੱਥੇ ਬੱਚਿਆਂ ਦਾ ਕੈਂਪ ਲਗਾਉਂਦੇ ਆ, ਸਕੂਲ ਲਗਾਉਂਦੇ ਆ ਤਾਂ ਕਿ ਆਮ ਤੌਰ ਦੇ ਉੱਤੇ ਪੜ੍ਹਾਈ ਜਾਂਦੀ ਹੈ, ਬੱਚਿਆਂ ਨੂੰ ਦੱਸੀ ਜਾਂਦੀ ਹੈ ਗੁਰੂ ਹਰਿਰਾਏ ਪਾਤਸ਼ਾਹ ਦੀ ਰਾਮ ਰਾਏ ਨੇ ਜੋ ਕੀਤਾ। ਤੇ ਸਾਨੂੰ ਤਾਂ ਇਸ ਗੱਲ ਦਾ ਬਿਲਕੁਲ ਐਬਸੋਲੂਟਲੀ ਫੇਥ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਸੁਪਰੀਮ ਗੁਰੂ ਨੇ ਔਰ ਉਹਨਾਂ ਦਾ ਜੋ ਅੱਖਰ ਇੱਕ ਇੱਕ ਪਿਆਰੀ ਉਹ ਸਾਡੇ ਲਈ ਪਵਿੱਤਰ ਹੈ। ਉਹਨੂੰ ਚੇਂਜ ਕਰਨ ਦਾ ਕਿਸੇ ਕੋਲ ਵੀ ਹੱਕ ਨਹੀਂ ਹੈ। ਤੇ ਸਾਨੂੰ ਸਮੂਹਕ ਤੌਰ ਦੇ ਉੱਤੇ ਜਿਹੜੀ ਹੁਣ ਇੱਕ ਨਵੀਂ ਵਾਇਰਲ ਵੀ ਹੋਈ ਹੈ ਵੀ ਇੱਕ ਹੋਰ ਜਿਹੜੀ ਟਕਸਾਲ ਨਾਲ ਸੰਬੰਧਿਤ ਧੁੰਮਾ ਹੋਣਾ ਵੱਲੋਂ ਵੀ ਕੋਈ ਇਸ ਤਰ੍ਹਾਂ ਦੇ ਸਰੂਪ ਦੇ ਵਿੱਚ ਕੋਈ ਚੇਂਜਸ ਕੀਤੀਆਂ ਗਈਆਂ ਨੇ। ਇਹ ਸਾਰੀਆਂ ਗੱਲਾਂ ਦੇ ਉੱਤੇ ਅਕਾਲ ਤਖਤ ਨੂੰ ਬੜੇ ਸੰਜੀਦਗੀ ਦੇ ਨਾਲ, ਬੜੀ ਗੰਭੀਰਤਾ ਦੇ ਨਾਲ ਸਾਰੇ ਜਿਹੜੇ ਪੰਥਕ ਜਿਹੜੇ ਸੋਚ ਰੱਖਣ ਵਾਲੇ ਬੰਦੇ ਨੇ ਉਹਨਾਂ ਨੂੰ ਸਾਨੂੰ ਇਹ ਸਾਰਿਆਂ ਨੂੰ ਬਾਤ ਕਰਕੇ ਇਹਦੇ ਉੱਤੇ ਰੋਕ ਲਗਾਉਣ ਦੀ ਲੋੜ ਹੈਗੀ ਹੈ। ਇਹ ਜਿੰਨੇ ਵੀ ਇਸ਼ੂਜ਼ ਨੇ ਇਹ ਉਭਰਨ ਨਹੀਂ ਚਾਹੀਦੇ ਔਰ ਸਾਨੂੰ ਇਹਦੇ ਬਾਰੇ ਜਾਗਰੂਕ ਹੋਣ ਦੀ ਲੋੜ ਹੈ। ਪਰ ਅਸੀਂ ਫੇਰ ਇਸ ਦੇ ਵਿੱਚ ਕਹਿ ਦਿੰਦੇ ਹਾਂ ਕਿ ਸਾਡੇ ਵੱਲੋਂ ਕਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰੀ ਬਾਰੇ ਕਦੀ ਕੋਈ ਕਦਮ ਨਹੀਂ ਚੁੱਕਿਆ ਗਿਆ। ਇਸ ਗੱਲ ਦੀ ਮੈਂ ਪੂਰੀ ਆਸ਼ਵਾਸਨ ਸਾਰੀ ਕੌਮ ਨੂੰ ਦੇ ਸਕਦਾ, ਤੁਹਾਡੇ ਰਾਹੀਂ ਸਾਰੇ ਬੰਦਿਆਂ ਨੂੰ ਦੇ ਸਕਦੇ ਹਾਂ। ਸਾਡੇ ਵੱਲੋਂ ਕਦੀ ਕੋਈ ਬਸ ਜਿਹੜੇ ਸੰਗਤ ਦੇ ਕੁਐਸਚਨ ਸੀ ਮੈਂ ਉਹੀ ਸੀ ਉਹਨਾਂ ਦਾ ਸਭ ਤੋਂ ਇਹ ਸਾਰੇ ਕੁਐਸਚਨ ਇਹ ਸੀ ਕਿ ਤੁਹਾਨੂੰ ਇਹ ਕਿੱਦਾਂ ਪਤਾ ਲੱਗਿਆ ਸੋਰਸ ਦਾ। ਨੰਬਰ 2 ਸੀ ਕਿੰਨੇ ਸਰੂਪ ਆਏ, ਉਹਦੇ ਵਿੱਚ ਕਿੰਨੇ ਪੈਸੇ ਪੇ ਕੀਤੇ ਗਏ ਉਹ ਜਿਹੜੇ ਸਰੂਪ ਲਿਆਉਂਦੇ। ਇਹ ਜਿਹੜੇ ਸੰਗਤ ਦੇ ਕੁਐਸਚਨ ਸੀ ਅਸੀਂ ਉਹ ਤੁਹਾਨੂੰ ਸਾਰੇ ਕੁਐਸਚਨ ਅਸੀਂ ਤੁਹਾਡੇ ਕੋਲੋਂ ਕਲੀਅਰ ਕਰਨਾ ਚਾਹੁੰਦੇ। ਇਹ ਸਾਰੇ ਜਿਹੜੇ ਕੁਐਸਚਨ ਆਲਮੋਸਟ ਅਸੀਂ ਤਾਂ ਬਿਲਕੁਲ ਇਸ ਬਾਰੇ ਤੇ ਜਿਹੜੇ ਅੱਗੇ ਸੋਲਡ ਕੀਤੇ ਗਏ, ਜਿਹੜੇ ਅੱਗੇ ਗੁਰੂ ਗ੍ਰੰਥ ਸਰੂਪ ਦਿੱਤੇ ਉਹ ਕਿੰਨੇ ਦੇ ਵਿੱਚ ਦਿੱਤੇ ਗਏ ਕਿ ਇਸ ਦੇ ਪਿੱਛੇ ਕੋਈ ਇੱਕ ਬਿਜ਼ਨਸ ਤੇ ਨਹੀਂ ਸੀ, ਇਹਨੂੰ ਬਿਜ਼ਨਸ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਅਸੀਂ ਹੈਨਾ ਚਾਈਨਾ ਤੋਂ ਲਿਆ ਕੇ ਇੱਥੇ ਕਰੀਏ। ਹਾਂਜੀ ਬਿਲਕੁਲ ਨਹੀਂ ਸੀ ਜੀ। ਔਰ ਜਿਹੜੀ ਮੈਂ ਤੁਹਾਨੂੰ ਗੱਲ ਇਨਫੋਰਮੇਸ਼ਨ ਦੇਣਾ ਚਾਹੁੰਦਾ ਕਿ ਜਦੋਂ ਕੋਈ ਸਰੂਪ ਲੈਣ ਆਉਂਦਾ ਸੀ, ਕਿਉਂਕਿ ਇਹ ਜਿਹੜੇ ਸਰੂਪ ਆਏ ਸੀਗੇ ਇਹਨਾਂ ਦੇ ਨਾਲ ਚੌਰ ਨਹੀਂ ਸੀ ਹਾਂਜੀ, ਬਾਕੀ ਜਿਹੜਾ ਪਤਾ ਨਹੀਂ ਸੀ, ਕਿਸੇ ਕੋਲ ਚਾਨਣੀ ਨਹੀਂ ਸੀ। ਉਹ ਸਾਰਾ ਕੁਝ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਆਪਣੇ ਤੌਰ ਦੇ ਉੱਤੇ ਸੇਵਾ ਕੀਤੀ ਗਈ ਹੈ, ਜਿਹਦੇ ਵਿੱਚ ਕਈ ਸੱਜਣਾਂ ਨੇ ਜਾ ਕੇ ਘਰਾਂ ਦੇ ਵਿੱਚ ਪੀੜਾ ਬਣਾ ਕੇ ਹਾਂਜੀ ਨਾਲ ਅਸੀਂ ਚੌਰ ਸਾਹਿਬ ਮੰਗਵਾ ਕੇ ਚੌਰ ਸਾਹਿਬ ਨਾਲ ਦਿੱਤੇ ਗੁਰਦੁਆਰਾ ਸਾਹਿਬ ਵੱਲੋਂ। ਅਗਲੇ ਬੰਦੇ ਕਹਿੰਦੇ ਸੀ ਵੀ ਸਾਨੂੰ ਦੱਸੋ ਜੀ ਭੇਟਾ ਕੀ ਹੈ। ਬਿਲਕੁਲ ਅਨਾਉਂਸ ਕੀਤਾ ਗਿਆ ਸੀ ਵੀ ਇਹਦੀ ਕੋਈ ਭੇਟਾ ਨਹੀਂ। ਕਿਸੇ ਨੂੰ ਨਹੀਂ ਕਿਹਾ ਗਿਆ ਕਿ ਤੁਸੀਂ ਇੰਨੇ ਪੈਸੇ ਦਿਓ, ਇੰਨੀ ਸੇਵਾ ਦਿਓ।
ਜਿੰਨੀ ਉਹਨਾਂ ਦੀ ਸ਼ਰਧਾ ਸੀ, ਜੋ ਜਿਹੜੀ ਮਦਦ ਕੀਤੀ ਜਾ ਰਹੀ ਸੀਗੀ, ਉਹਨਾਂ ਨੇ ਜੋ ਭੇਜ ਦਿੱਤਾ ਉਹ ਗੋਲਕ ਦੇ ਵਿੱਚ ਪਾ ਕੇ ਚਲੇ ਗਏ। ਅਸੀਂ ਕੋਈ ਖਾਸ ਖਾਤਾ ਨਹੀਂ ਖੋਲਿਆ ਕਿ ਸਾਨੂੰ ਇਹ ਅਸੀਂ ਇਹ ਵੀ ਹੈ ਰੂਪ ਦੇ ਵਿੱਚ ਸਾਨੂੰ ਇੰਨੇ ਪੈਸੇ ਬਣੇ। ਬਿਲਕੁਲ ਇਸ ਕਿਸਮ ਦੀ ਕੋਈ ਗੱਲ ਨਹੀਂ। ਇਹ ਜਿਹੜੀ ਤੁਹਾਡੇ ਨਾਲ ਗੱਲ ਆਪਾਂ ਕਰ ਰਹੇ, ਇਹ ਤੁਹਾਡੀ ਜਿਹੜੀ ਆਪਣੀ ਤੁਹਾਡੇ ਆਧਾਰ ਦੇ ਉੱਤੇ, ਬਾਕੀ ਜਿਹੜੇ ਹੋਰ ਹੈ ਉਹਨਾਂ ਦਾ ਇਸ ਗੱਲਬਾਤ ਨਾਲ ਕੋਈ ਤੁਹਾਨੂੰ ਉਹਨਾਂ ਦੇ ਬਾਰੇ ਕੁਝ ਨਹੀਂ ਪਤਾ, ਉਹਨਾਂ ਨੇ ਕੀ ਕੀਤਾ, ਕਿੰਨੇ ਪੈਸੇ ਕਿੱਥੋਂ ਲਿਆਏ, ਕਿਉਂ ਉਹਨਾਂ ਨੇ ਚਾਈਨਾ 'ਚ ਕੀਤਾ, ਤੁਹਾਨੂੰ ਇਸ ਬਾਰੇ ਨੌਲੇਜ, ਤੁਸੀਂ ਸਿਰਫ ਆਪਣੀ ਗੱਲ ਕਰ ਰਹੇ ਹੋ। ਬਾਕੀ ਜਿਹੜੇ ਸਾਨੂੰ ਬਿਲਕੁਲ ਆਪਣੀ ਗੱਲ ਅਸੀਂ ਕਰ ਰਹੇ ਹਾਂ। ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਬਾਕੀ 5-6 ਥਾਵਾਂ ਦੇ ਉੱਤੇ ਕਿੱਥੇ ਕਿੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਭੇਜੇ ਗਏ ਨੇ। ਜਿਹੜੀ ਉਹਨੇ ਪਜਨੀਤ ਸਿੰਘ ਨੇ ਜਿਹੜੀ ਹੁਣ ਮੇਰੀ ਜਦੋਂ ਗੱਲ ਹੋਈ ਹੈ 20 ਦਿਨ ਪਹਿਲਾਂ, ਉਹਨੇ ਇਹ ਕਿਹਾ ਜੀ ਵੀ ਮੈਂ ਮਿਸ਼ੀਗਨ ਭੇਜੇ ਸੀਗੇ ਜੀ, ਸ਼ਾਰਲਟ ਨਾਰਥ ਕੈਰੋਲਾਈਨਾ ਭੇਜੇ ਨੇ, ਹਿਊਸਟਨ ਭੇਜੇ ਨੇ, ਆਪਣਾ ਉੱਥੇ ਗੁਰਦੁਆਰਾ ਹੈਗਾ, ਇਸੇ ਤਰ੍ਹਾਂ ਅਸੀਂ ਸ਼ਿਕਾਗੋ ਭੇਜੇ ਨੇ ਤੇ ਤੁਹਾਡੇ ਕੋਲ ਵੀ ਭੇਜੇ ਸੀ। ਬਸ ਇੰਨੀ ਕੁ ਮੈਨੂੰ ਗੱਲ ਦਾ ਪਤਾ ਹੈ। ਮੈਨੂੰ ਇਹ ਨਹੀਂ ਪਤਾ ਵੀ ਕਿਹਦੇ ਕੋਲ ਗਏ ਨੇ, ਕਿੱਦਾਂ ਉਹਨਾਂ ਨੇ ਵੰਡੇ ਨੇ, ਕਿੱਦਾਂ ਪਹੁੰਚੇ ਨੇ, ਇਹ ਸਾਰੀ ਜਾਣਕਾਰੀ ਸਾਡੇ ਕੋਲ ਨਹੀਂ ਹੈ। ਠੀਕ ਹੈ ਡਾਕਟਰ ਸਾਹਿਬ। ਹੋਰ ਅਖੀਰ ਦੇ ਵਿੱਚ, ਕਿਉਂਕਿ ਆਪਾਂ ਨੂੰ ਪਤਾ ਕਿ ਹੁਣ ਇਹ ਜਿਹੜੀ ਗੱਲ ਇਹ ਐਂਡ ਤੱਕ ਜਾਣੀ ਹੈ ਕਿ ਜਿਹਦੇ ਕੋਲ ਵੀ, ਜੇ ਤੁਹਾਨੂੰ ਵੀ ਪਤਾ ਲੱਗਦਾ ਜਾਂ ਜਿਹੜੇ ਸਾਡਾ ਪ੍ਰੋਗਰਾਮ ਦੇਖ ਰਹੀ ਕੋਈ ਸੰਗਤ ਕੋਈ ਦੇਖ ਰਹੀ ਹੈ, ਜੇ ਤੁਹਾਨੂੰ ਪਤਾ ਲੱਗਦਾ ਕਿ ਕਿਸੇ ਦੇ ਕੋਲ ਸਰੂਪ ਪਏ ਨੇ, ਉੱਥੇ ਬੇਅਦਬੀ ਹੋ ਰਹੀ ਹੈ, ਜਾਂ ਕਿਸੇ ਸਰੂਪ ਗਏ ਨੇ, ਜਾਂ ਉਹ ਸ਼ਾਨੋ ਸ਼ੌਕਤ ਦੇ ਨਾਲ ਜਾਂ ਕਿਸੇ ਵੀ ਤਰੀਕੇ ਨਾਲ ਟਰੱਕਾਂ 'ਚ ਗਏ ਨੇ, ਜਿੱਥੇ ਗਏ ਨੇ ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਸਾਰੀ ਦੇਣੀ ਚਾਹੀਦੀ ਹੈ। ਇੱਕ ਵਾਰੀ ਪਤਾ ਲੱਗੇ ਕਿੰਨੇ ਸਰੂਪ ਆਏ ਸਨ ਤੇ ਕਿੱਥੇ ਪਏ ਨੇ। ਇਹ ਸਾਰਿਆਂ ਦਾ ਸਾਡਾ ਇੱਕ ਫਰਜ਼ ਬਣਦਾ। ਤੇ ਡਾਕਟਰ ਸਾਹਿਬ, ਜੇ ਤੁਹਾਨੂੰ ਵੀ ਕੋਈ ਨੌਲੇਜ ਦੇ ਵਿੱਚ ਜਿੰਨਾ ਵੱਧ ਤੋਂ ਵੱਧ ਤੁਸੀਂ ਲਿਸਟ ਬਣਾ ਸਕਦੇ ਹੋ, ਜਿਨ੍ਹਾਂ ਕੋ ਗਏ ਨੇ, ਜੇ ਉਹ ਉੱਥੇ ਸਹੀ ਤਰੀਕੇ ਨਾਲ ਨਹੀਂ ਦੇਖ ਰੇਖ ਕਰ ਰਹੇ, ਨਹੀਂ ਸੇਵਾ ਕਰ ਰਹੇ, ਉਹਨਾਂ ਨੂੰ ਕਿਸੇ ਵੀ ਗੁਰੂ ਘਰ ਦੇ ਵਿੱਚ ਵਾਪਸ ਕਰ ਦੇਣੇ ਚਾਹੀਦੇ ਨੇ। ਸੋ ਇੱਕ ਗੱਲ ਮੈਂ ਹੋਰ ਜ਼ਰੂਰ ਕਹਾਂਗਾ, ਅਜੇ ਤੱਕ ਜਿੱਥੇ ਅੱਜ ਅਸੀਂ ਇੱਥੇ ਚਾਈਨਾ ਦੇ ਸਰੂਪ ਦੀ ਗੱਲ ਕਰ ਰਹੇ ਹਾਂ ਉੱਥੋਂ ਆਏ ਨੇ, ਅਜੇ ਤੱਕ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਜਿਹੜੇ ਸਰੂਪ ਅਜੇ ਗਾਇਬ ਹੋਏ ਸਨ, ਅਜੇ ਤੱਕ ਉਹ ਵੀ ਅਸੀਂ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕੇ। ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਉਹ ਜਿਹੜੇ ਸਰੂਪ ਕਿੱਦਾਂ ਆਏ, ਕਿੱਥੇ ਗਏ ਅਤੇ ਕਿਉਂ ਗਾਇਬ ਹੋਏ, ਉਸ ਦੇ ਬਾਰੇ ਵੀ ਸਖਤ ਤੋਂ ਸਖਤ ਜਿਹੜੀ ਹੁਕਮ ਦੇ ਕੇ ਉਸ ਦੇ ਬਾਰੇ ਵੀ ਜ਼ਰੂਰ ਆਪਣਾ ਧਿਆਨ ਦੇਣ। ਭਾਵੇਂ ਕੋਈ ਵੀ ਸਿੱਖ ਗਲਤੀ ਕਰੇ, ਸ਼੍ਰੋਮਣੀ ਕਮੇਟੀ ਕਰੇ, ਬਾਹਰਲਾ ਸਿੱਖ ਕਰੇ, ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਵੀ ਇੱਕ ਨਿਰਪੱਖ ਹੋ ਕੇ ਇਹ ਉਹਨਾਂ ਦੀ ਇੱਕ ਡਿਊਟੀ ਬਣਦੀ ਹੈ ਕਿ ਕਿਸੇ ਵੀ ਗਰੁੱਪਬਾਜੀ ਤੋਂ ਉੱਠੇ ਹੋ ਕੇ ਉਹਨਾਂ ਨੂੰ ਆਪਣਾ ਹੁਕਮ ਸੁਣਾਉਣ। ਹਾਂਜੀ ਡਾਕਟਰ ਸਾਹਿਬ। ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਜੀ ਇਹਦੇ ਨਾਲ ਵੀ ਬਹੁਤ ਜ਼ਰੂਰੀ ਗੱਲ ਇਹ ਹੈ ਕਿ ਸਿੱਖ ਸੰਗਤਾਂ ਦੇ ਵਿੱਚ, ਘਰਾਂ ਦੇ ਵਿੱਚ ਇਹ ਬੜੀ ਚਾਹ ਹੁੰਦੀ ਹੈ ਹਾਂਜੀ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾਡੇ ਘਰ ਆਉਣ। ਤੁਸੀਂ ਮੈਨੂੰ ਹੁਣ ਦੱਸੋ ਵੀ ਇੱਥੇ 15 ਸਾਲ ਪਹਿਲਾਂ ਸਰਦਾਰ ਸਿੰਘ ਮੱਕੜ ਉਦੋਂ ਸਾਡੇ ਗੁਰਦੁਆਰਾ ਸਾਹਿਬ ਵੀ ਆਏ ਸੀਗੇ, ਜਿਹੜੇ ਪ੍ਰਧਾਨ ਸੀਗੇ ਸ਼੍ਰੋਮਣੀ ਕਮੇਟੀ ਦੇ। ਉਸ ਵੇਲੇ ਸਾਡੇ ਗੁਰਦੁਆਰਾ ਸਾਹਿਬ ਕਿਹਾ ਸੀ ਵੀ ਸਾਨੂੰ ਨਿੱਕੀ ਹੇਲੀ ਜਿਹੜੀ ਹੈ ਆਪਣਾ ਸਾਊਥ ਕੈਰੋਲਾਈਨਾ ਦੀ ਗਵਰਨਰ ਰਹੀ ਹੈ, ਉਹਦੇ ਪਿਤਾ ਜੀ ਵੱਲੋਂ 2 ਏਕੜ ਜ਼ਮੀਨ ਸਾਨੂੰ ਡੋਨੇਟ ਕੀਤੀ ਗਈ ਹੈ ਜੀ, ਸ਼੍ਰੋਮਣੀ ਕਮੇਟੀ ਨੂੰ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਜੀ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਿੰਟ ਕਰਨ ਦੀ ਜਿਹੜੀ ਫੈਸਿਲਿਟੀ ਬਣਾਈ ਜਾਵੇ ਤੇ ਅਸੀਂ ਉਹਦੇ ਤੇ ਹੁਣ ਅਮਲ ਕਰਨਾ ਹੈਗਾ। ਅਸੀਂ ਇੱਕ ਬੱਸ ਰੱਖਾਂਗੇ, ਛਪਾਈ ਹੋਏਗੀ, ਬੱਸ ਰਾਹੀਂ ਅਸੀਂ ਇਹ ਸਾਰੇ ਸਰੂਪ ਅਮਰੀਕਾ ਭਰ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਵੰਡਾਂਗੇ। ਅੱਜ ਉਸ ਗੱਲ ਨੂੰ 15 ਸਾਲ ਹੋ ਗਏ ਨੇ। ਉਸ ਤੋਂ ਯੂਨੀਵਰਸਿਟੀ ਜਾਣ ਦਾ ਮੌਕਾ ਮਿਲਿਆ। 13 ਏਕੜ ਜ਼ਮੀਨ ਦਦਾਰ ਸਿੰਘ ਬੈਂਸ ਉਹਨਾਂ ਦਿੱਤੀ, ਉਹ ਵੀ ਜ਼ਮੀਨ ਉਦਾਂ ਹੀ ਪਈ ਹੈ ਜੀ। ਅਰੇ ਉੱਥੇ ਪਲਾਕ ਲੱਗੀ ਹੋਈ ਹੈ ਮਹਾਰਾਜ, ਮੈਂ ਪਲਾਕ ਦੇਖ ਕੇ ਆਇਆ, ਮੈਂ ਫੋਟੋ ਵੀ ਕੀਤੀ ਸੀਗੀ। ਦਦਾਰ ਸਿੰਘ ਮੱਕੜ ਹੋਣਾ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦੇ ਲਈ ਗੁਰੂ ਗ੍ਰੰਥ ਸਾਹਿਬ ਭਵਨ ਦਾ ਉਦਘਾਟਨ ਕੀਤਾ ਗਿਆ। ਉਸ ਗੱਲ ਨੂੰ ਵੀ ਅੱਜ 15-20 ਸਾਲ ਹੋ ਚੁੱਕੇ ਨੇ। ਤੁਸੀਂ ਦੱਸੋ ਵੀ ਜਿਹੜੇ ਇਹ ਪੈਦਾ ਹੀ ਕਿਉਂ ਹੋਣ? ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਾਡੀਆਂ ਜਿਹੜੀਆਂ ਸਿਰਮੌਰ ਜਥੇਬੰਦੀਆਂ ਆਪਣੀ ਬਣਦੀ ਜ਼ਿੰਮੇਵਾਰੀ ਸਮਝਦੇ ਹੋਏ, ਜਿਹੜੀ ਕੌਮ ਦੀ ਲੋੜ ਹੈ, ਸਾਡੀ ਜੇ ਪਾਪੂਲੇਸ਼ਨ ਗਰੋਥ ਹੋ ਰਹੀ ਹੈ, ਇੱਥੇ ਅੱਜ ਅਮਰੀਕਾ ਦੇ ਵਿੱਚ 6 ਲੱਖ 7 ਲੱਖ ਸਿੱਖ ਵੱਸਦਾ ਹੈ, ਇੰਨਾ ਹੀ ਕੈਨੇਡਾ ਦੇ ਵਿੱਚ ਵੱਸਦਾ ਹੈ। ਜੇ ਤੁਸੀਂ 50% ਵੀ ਜੇ ਮੰਨ ਲਓ ਵੀ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਲੋੜ ਹੈ, ਤੇ ਕੀ ਉਹ ਉਹਨੇ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਅਵੇਲੇਬਲ ਹੈਗੇ ਨੇ? ਨਹੀਂ ਹੈਗੇ, ਕਿਉਂਕਿ ਸਾਨੂੰ ਗੁਰੂ ਘਰਾਂ ਦੇ ਵਿੱਚੋਂ ਵੀ ਇਨਫੋਰਮੇਸ਼ਨ ਮਿਲੀ, ਕਾਲਸ ਆਈਆਂ ਕਿ ਸਾਡੇ ਗੁਰੂ ਘਰ ਦੇ ਵਿੱਚ ਸਿਰਫ ਇੱਕ ਗੁਰੂ ਗ੍ਰੰਥ ਸਾਹਿਬ ਤੇ ਇੱਕ ਜਿਹੜੇ ਪੁਰਾਤਨ ਬੀੜ ਉਹ ਹੋਵੇ, ਕਈਆਂ ਦੇ ਵਿੱਚ, ਕਈਆਂ ਕੋਲ ਨਹੀਂ, ਕਿਸੇ ਦੇ ਅਖੰਡ ਪਾਠ ਰੱਖਣੇ ਹੋ 4-4 5। ਇਹ ਬਿਲਕੁਲ ਕਿਉਂਕਿ ਮਰਿਆਦਾ ਦੇ ਕਰਕੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਆ ਰਹੇ। ਜਿਹੜੀਆਂ ਤੁਸੀਂ ਇੱਕ ਜ਼ਮੀਨ ਦੀ ਗੱਲ ਕਰਦੇ ਹੋ 13 ਏਕੜ, ਉਹ ਜ਼ਮੀਨ ਦੇ ਵਿੱਚ ਇਹ ਵੀ ਸਾਨੂੰ ਪਤਾ ਲੱਗਿਆ ਕਿ ਉਸ ਜ਼ਮੀਨ ਦੇ ਉੱਤੇ ਜਿਹੜੇ ਉੱਥੋਂ ਕੁਝ ਜਿਹੜੇ ਸਾਡੇ ਜਥੇ ਦੇ ਵਿੱਚ ਜਾਂ ਜਥੇਦਾਰ ਵੱਲੋਂ ਜਾਂ ਕਿਸੇ ਵੱਲੋਂ ਵੀ ਉੱਥੇ ਕੁਝ ਜਿਹੜੇ ਲੀਡਰਸ
ਆਉਂਦੇ ਨੇ, ਉਹ ਆਉਂਦੇ ਇਸ ਕੰਮ ਹੈ, ਪਰ ਕਈਆਂ ਨੂੰ ਉੱਥੇ ਇਹ ਵੀ ਸਾਨੂੰ ਨੌਲੇਜ ਮਿਲੀ ਹੈ ਕਿ 20 ਏਕੜ ਜਦੋਂ ਤੁਸੀਂ ਕਿਸੇ ਨੂੰ ਜ਼ਮੀਨ ਇਸ਼ੂ ਕਰਦੇ ਹੋ ਕਿ 20 ਏਕੜ ਦੇ ਨੇ ਖੇਤੀ ਕਰਨੀ, ਉਸ ਆਧਾਰ ਦੇ ਤੇ ਪੇਪਰ ਵੀ ਮਿਲ ਜਾਂਦੇ ਨੇ। ਇਦਾਂ ਦੀਆਂ ਵੀ ਸਾਨੂੰ ਕੁਝ ਇਨਫੋਰਮੇਸ਼ਨ, ਅਸੀਂ ਉਸ ਦੇ ਬਾਰੇ ਵੀ ਡੂੰਘਾਈ ਦੇ ਨਾਲ ਅਸੀਂ ਵਿਚਾਰਾਂ ਕਰ ਰਹੇ ਹਾਂ ਕਿ ਉਹ ਜਿਹੜੀ 13 ਏਕੜ ਜ਼ਮੀਨ ਹੈ ਉਹਦਾ, ਤੇ ਨਿਊਯਾਰਕ ਵਿੱਚ ਵੀ ਇੱਥੇ ਵੀ ਇੱਕ ਵਾਰੀ ਗੱਲ ਚੱਲੀ ਸੀ, ਕਿਉਂ ਅਜੇ ਤੱਕ ਇਹ ਸਾਨੂੰ ਸ਼ਾਰਟੇਜ ਆ ਰਹੀ ਹੈ। ਜੇ ਉੱਥੋਂ ਉਹ ਨਹੀਂ ਇਸ਼ੂ ਕਰ ਸਕਦੇ, ਸਾਡਾ ਹਰ ਇੱਕ ਗੁਰੂ ਘਰ ਨੂੰ ਜ਼ਰੂਰ ਇਹ ਕਰਨਾ ਚਾਹੀਦਾ ਹੈ ਕਿ ਜੇ ਕਿਸੇ ਨੂੰ ਲੋੜ ਹੋਵੇ ਤੇ ਆਪਣੇ ਗੁਰੂ ਘਰ ਦੇ ਵਿੱਚੋਂ ਹੀ ਸਰੂਪ ਲੈ ਕੇ ਜਾਣ। ਇਹ ਗੁਰੂ ਘਰਾਂ ਦੀ ਡਿਊਟੀ ਬਣਦੀ ਹੈ ਕਿ ਉਹ ਆਪਣੇ ਆਪਣੇ ਗੁਰੂ ਘਰ ਦੇ ਵਿੱਚ ਸਰੂਪ ਲਿਆ ਕੇ ਆਦਰ ਸਤਿਕਾਰ ਨਾਲ ਉਥੋਂ ਲੈ ਕੇ ਆਉਣ ਅਤੇ ਰੱਖਣ, ਅਤੇ ਜੇ ਕੋਈ ਸੇਵਾ ਨਿਭਾ ਸਕਦਾ ਹੈ ਉਹਨੂੰ ਆਦਰ ਸਤਿਕਾਰ ਦੇ ਨਾਲ ਉਹਨਾਂ ਦੇ ਘਰ ਪਹੁੰਚਾ ਕੇ ਉਹਨੇ ਦੇਖ ਲੈਣ ਕਿ ਉਹ ਸੇਵਾ ਨਿਭਾ ਸਕਦੇ ਹਨ। ਹਾਂਜੀ, ਬਿਲਕੁਲ ਜੀ, ਬਿਲਕੁਲ। ਅਸੀਂ ਤਾਂ ਇਸ ਗੱਲ ਨਾਲ ਸਹਿਮਤ ਹਾਂ। ਮੈਂ ਜਿਸ ਤਰ੍ਹਾਂ ਦੱਸਿਆ ਵੀ ਅਸੀਂ ਤਾਂ ਪੀੜਾ ਬਣਾ ਕੇ ਚਾਹੇ ਨਾਲ ਚੌਲ ਦੇ ਕੇ ਸਾਰੀ ਨਾਲ ਜਾ ਕੇ ਉੱਥੇ ਘਰ ਦੇ ਵਿੱਚ ਪ੍ਰਕਾਸ਼ ਕਰਵਾ ਕੇ ਸਾਡੇ ਸੇਵਾਦਾਰਾਂ ਵੱਲੋਂ ਕੀਤਾ ਗਿਆ। ਵਾਲੰਟੀਅਰ ਜਿਹੜੇ ਗੁਰਸਿੱਖ ਨੇ ਗੁਰੂ ਸੰਗਤ ਦੇ ਵਿੱਚ, ਪਰ ਵੀਰ ਜੀ ਗੱਲ ਤਾਂ ਇਹ ਹੈ ਵੀ ਸਪਲਾਈ ਐਂਡ ਡਿਮਾਂਡ ਦੀ ਗੱਲ ਹੈ। ਜੇ ਡਿਮਾਂਡ ਹੈਗੀ ਹੈ ਤੇ ਸਪਲਾਈ ਹੈ ਨਹੀਂ। ਜੇ ਲੋਕਾਂ ਨੂੰ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਚਾਹੀਦੇ ਨੇ ਪਰ ਹੈ ਹੀ ਨਹੀਂ, ਕਿਤੇ ਅਵੇਲੇਬਲ ਹੀ ਨਹੀਂ ਹੈ। ਇਹ ਬਿਲਕੁਲ ਸਹੀ ਗੱਲ ਹੈ ਤੁਹਾਡੀ, ਇਹ ਬਿਲਕੁਲ ਸਹੀ ਗੱਲ। ਇਹਦੇ ਬਾਰੇ ਸੋਚਣਾ ਪਏਗਾ। ਸਾਡੀ ਕੌਮ, ਅਸੀਂ ਕਿਸ ਤਰ੍ਹਾਂ ਐਕਸਪੈਕਟ ਕਰ ਸਕਦੇ ਅਸੀਂ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਾਂਗੇ, ਗੁਰਬਾਣੀ ਨਾਲ ਜੋੜਾਂਗੇ, ਜੇ ਅਸੀਂ ਸਾਰੇ ਆਪਣੇ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਦਾ ਰੋਜ਼ ਪ੍ਰਕਾਸ਼ ਕਰਦੇ ਹੋਏ ਵੱਡੇ ਹੋਏ ਹਾਂ। ਮੈਨੂੰ ਯਾਦ ਹੈ ਕਿ ਅਸੀਂ ਘਰ ਦੇ ਵਿੱਚ ਰੋਜ਼ ਸਵੇਰੇ ਸਾਨੂੰ ਬ੍ਰੇਕਫਾਸਟ ਨਹੀਂ ਸੀ ਮਿਲਦਾ ਜਦੋਂ ਤੱਕ ਅਸੀਂ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਹਮਣੇ ਮੱਥਾ ਨਹੀਂ ਟੇਕ ਲੈਂਦੇ ਤੇ ਵਾਕ ਨਹੀਂ ਕਰਦੇ। ਤੇ ਮੈਂ 15 ਸਾਲ ਤੱਕ ਦੀ ਉਮਰ ਤੱਕ ਸਾਡੇ ਘਰ ਦੇ ਵਿੱਚ ਡਿਸਪਲਿਨ ਰਿਹਾ। ਹੁਣ ਡਾਕਟਰ ਸਾਹਿਬ ਵੇਖੋ, ਤੁਸੀਂ ਗੁਰਸਿੱਖ ਜਿਹੜੀ ਘਰਾਂ ਦੇ ਵਿੱਚ ਪਾਈ ਜਾਂਦੀ ਸੀ ਉਹ ਹੁਣ ਅੱਜ ਕੱਲ ਅਵੇਲੇਬਲ ਹੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੀ ਨਹੀਂ ਅਵੇਲੇਬਲ। ਡਾਕਟਰ ਸਾਹਿਬ, ਤੁਹਾਨੂੰ ਕਿੱਦਾਂ ਮਹਿਸੂਸ ਹੋਇਆ? ਤੁਸੀਂ ਜਿੱਦਾਂ ਕਿਹਾ ਕਿ ਸ਼ੁਰੂ ਦੀ ਸਾਨੂੰ ਗੁੜਤੀ ਮਿਲੀ ਹੈ ਕਿ ਜਿੰਨਾ ਚਿਰ ਮੱਥਾ ਟੇਕਣ ਤੋਂ ਬਾਅਦ ਬ੍ਰੇਕਫਾਸਟ ਨਹੀਂ ਮਿਲਦਾ, ਅੱਜ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ, ਆਈ ਐਮ ਸੌਰੀ ਟੂ ਸੇ, ਕਿ ਤੁਹਾਡਾ ਨਾਮ ਉਸੇ ਟੀਮ ਦੇ ਵਿੱਚ ਜੁੜਿਆ ਗਿਆ, ਤੁਹਾਨੂੰ ਕਿੱਦਾਂ ਮਹਿਸੂਸ ਹੋਇਆ? ਬਹੁਤ ਦਿਲ ਦੁਖਿਆ ਜੀ, ਕਿਉਂਕਿ ਦੇਖੋ ਉਹਦੇ ਪੋਸਟਰ ਵੀ ਸਾਡੇ ਬੰਦੇ ਮਨੇ, ਹੁਣ ਕੀ ਕਹੀਏ ਯਾਰ, ਸਾਡੇ ਆਪਣੇ ਵੀਰ ਨੇ, ਭੈਣ ਭਰਾ ਨੇ, ਵੀ ਯਾਰ ਤੁਸੀਂ ਦੇਖ ਤਾਂ ਲਓ ਵੀ ਇਨਫੋਰਮੇਸ਼ਨ ਤਾਂ ਠੀਕ ਭੇਜੋ ਬਾਹਰ। ਤੁਸੀਂ ਇੱਕ ਭੜਕਾਊ ਮੈਸੇਜ ਪਾ ਦਿੰਦੇ ਹੋ ਕਿ ਜੀ ਚਾਈਨਾ ਤੋਂ ਸਮਿੰਦਰ ਸਿੰਘ ਦੇ ਸਾਥੀ ਗਿਰੋਹ, ਉਹ ਜਿਨ੍ਹਾਂ ਨੇ ਚਾਈਨਾ ਤੋਂ ਛੁਪਵਾ ਕੇ ਟਰੱਕਾਂ ਰਾਹੀਂ ਏਦਾਂ ਮੇਲ ਕਰਵਾਏ, ਯਾਰ ਹੱਦ ਹੋ ਗਈ ਹੈ। ਨਾ ਸਾਨੂੰ ਪਤਾ, ਨਾ ਸਮਿੰਦਰ ਸਿੰਘ ਨਾਲ ਸਾਡਾ ਕੋਈ ਲੈਣਾ ਨਾ ਦੇਣਾ, ਨਾ ਗੱਲ। ਤੁਸੀਂ ਫੋਟੋ ਨਾਲ ਲਗਾ ਕੇ ਉਹ ਸਾਰੇ ਪਾਸੇ ਸਰਕੂਲੇਟ ਕਰ, ਇਹੋ ਹੀ ਗੱਲਾਂ ਕਰਕੇ ਅੱਜ ਤੁਹਾਡੇ ਨਾਲ ਗੱਲਬਾਤ ਕੀਤੀ ਕਿ ਤੁਸੀਂ, ਕਿਉਂਕਿ ਹਰ ਇੱਕ ਨੂੰ ਲੋੜ ਹੈ ਆਪਣਾ ਪੱਖ ਰੱਖਣ ਦੀ, ਕਿ ਸਹੀ ਜਾਣਕਾਰੀ ਜਿਹੜੀ ਇੱਕ ਮੀਡੀਆ ਦਾ ਇੱਕ ਫਰਜ਼ ਜ਼ਰੂਰ ਹੈ ਕਿ ਸਹੀ ਜਾਣਕਾਰੀ ਲੋਕਾਂ ਤੱਕ ਜਿਹੜੀ ਪਹੁੰਚਾਈ ਜਾਵੇ। ਸੁਮਿੰਦਰ ਸਿੰਘ ਹੋਣੀ ਗੱਲਬਾਤ ਨਹੀਂ ਕਰਦੇ, ਹੋਰ ਵੀ ਅਸੀਂ ਕੀਤੀ, ਤੁਸੀਂ ਆ ਕੇ ਖੁੱਲ੍ਹ ਕੇ ਗੱਲ ਕੀਤੀ, ਅਸੀਂ ਇਸ ਗੱਲੋਂ ਤੁਹਾਡਾ ਜ਼ਰੂਰ ਧੰਨਵਾਦ। ਤੁਸੀਂ ਆਪਣਾ ਜਿਹੜਾ ਪੱਖ ਰੱਖਿਆ। ਇੱਕ ਵਾਰੀ ਫਿਰ ਤੁਹਾਨੂੰ ਮੈਂ ਅਖੀਰ ਦੇ ਵਿੱਚ ਸੇਮ ਕੁਐਸਚਨ ਮੈਂ ਕਰਾਂਗਾ। ਤੁਸੀਂ ਅੱਜ, ਕਿਉਂਕਿ ਤੁਹਾਡਾ ਜਿਹੜਾ ਮੈਸੇਜ ਸਾਰੀ ਦੁਨੀਆ ਦੇ ਵਿੱਚ ਜਾਣਾ, ਹਰ ਜਗ੍ਹਾ ਪਹੁੰਚਣਾ, ਕਿਉਂਕਿ ਤੁਸੀਂ ਇਸ ਦੇ ਵਿੱਚ ਆਪਣਾ ਜੋ ਤੁਹਾਡੇ ਤੇ ਆਰੋਪ ਲੱਗੇ ਸਨ, ਤੁਸੀਂ ਉਹਨਾਂ ਦੇ ਬਾਰੇ ਖੁੱਲ੍ਹ ਕੇ ਦੱਸਿਆ ਕਿ ਇਸ ਦੇ ਵਿੱਚ ਤੁਸੀਂ ਅਜੇ ਵੀ ਜਿਹੜੀ ਤੁਹਾਡੇ ਕੋਲ ਕੋਈ ਜਾਣੇ ਅਣਜਾਣੇ ਵਿੱਚ ਗਲਤੀ ਹੋ ਗਈ ਹੋਵੇ ਅਤੇ ਤੁਹਾਨੂੰ ਨਾ ਪਤਾ ਹੋਵੇ ਜਾਂ ਜਾਣੇ ਚ, ਤੁਸੀਂ ਉਸ ਦੇ ਬਾਰੇ ਸਾਰੀ ਗੱਲ, ਮੈਂ ਕਹਿੰਦਾ 1 ਮਿੰਟ ਲਓ, 2 ਲਓ, 3 ਲਓ, ਇੱਕ ਵਾਰੀ ਅਖੀਰ ਦੇ ਵਿੱਚ ਸਾਰੀ ਫਿਰ ਦੁਬਾਰਾ ਕਲੀਅਰ ਕਰੋ। ਮੈਂ ਦੁਬਾਰਾ ਕਲੀਅਰ ਕਰ ਦਿੰਦਾ ਜੀ। ਬਹੁਤ ਤੁਹਾਡਾ ਧੰਨਵਾਦ। ਕਿ ਸਾਨੂੰ ਸਮਿੰਦਰ ਸਿੰਘ ਦੇ ਨਾਲ ਸਾਡਾ ਕੋਈ ਕਮਿਊਨੀਕੇਸ਼ਨ ਨਹੀਂ ਹੋਇਆ, ਕਦੀ ਵੀ ਨਹੀਂ ਹੋਇਆ, ਹੁਣ ਤੱਕ ਨਹੀਂ ਹੋਇਆ। ਨਾ ਹੀ ਸਾਨੂੰ ਪਤਾ ਵੀ ਸਮਿੰਦਰ ਸਿੰਘ ਨੇ ਇਸ ਤਰ੍ਹਾਂ ਸਰੂਪ ਛੁਪਵਾਏ। ਸਾਨੂੰ ਭਜਨੀਤ ਸਿੰਘ ਦੀ ਜੁਲਾਈ 2019 ਦੇ ਵਿੱਚ ਕਾਲ ਆਈ ਸੀ, ਤੇ ਭਜਨੀਤ ਸਿੰਘ ਉਹ ਬੰਦਾ ਹੈ ਜਿਸ ਦੇ ਪਰਿਵਾਰ ਵੱਲੋਂ, ਜਿਸ ਦੀ ਜਥੇਬੰਦੀ ਖਾਲਸਾ ਕੇਅਰ ਫਾਊਂਡੇਸ਼ਨ ਵੱਲੋਂ ਪਿਛਲੇ ਕਈ ਸਾਲਾਂ ਤੋਂ ਹਰ ਕਈ ਗੁਰਦੁਆਰਿਆਂ ਦੇ ਵਿੱਚ ਸਟਾਲ ਲਗਾ ਕੇ ਧਾਰਮਿਕ ਲਿਟਰੇਚਰ, ਗੁਟਕੇ, ਕਰਤਾਰ ਵੰਡੇ ਜਾਂਦੇ ਰਹੇ ਨੇ, ਧਾਰਮਿਕ ਕੈਲੰਡਰ ਵੀ ਨਾਲ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਕਈ ਗੁਰਦੁਆਰਿਆਂ 'ਚ ਪਹੁੰਚਾਏ ਗਏ। ਉਹਦੀ ਜਦੋਂ ਕਾਲ ਆਈ ਮੈਨੂੰ ਜੁਲਾਈ 2019 'ਚ ਵੀ ਇਸ ਤਰ੍ਹਾਂ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛੁਪਵਾਏ ਨੇ, ਵੇਅਰ ਹਾਊਸ 'ਚ ਰੱਖੇ ਨੇ, ਸਤਿਕਾਰ ਨਹੀਂ ਹੋ ਰਿਹਾ, ਅਸੀਂ ਉੱਥੋਂ ਕੁਝ ਸਰੂਪ ਆਪਣੇ ਗੁਰਦੁਆਰਾ ਸਾਹਿਬ ਲੈ ਕੇ ਆ ਰਹੇ ਹਾਂ, ਕੁਝ ਅਸੀਂ ਸਰੂਪ ਇਸ ਤਰ੍ਹਾਂ 5-6 ਗੁਰਦੁਆਰਿਆਂ ਦੇ ਵਿੱਚ ਡਿਫਰੈਂਟ ਸ਼ਹਿਰਾਂ ਦੇ ਵਿੱਚ ਭੇਜ ਰਹੇ ਹਾਂ, ਕੀ ਅਸੀਂ ਇਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੁਹਾਡੇ ਗੁਰਦੁਆਰਾ ਸਾਹਿਬ ਵੀ ਭਿਜਵਾ ਦਈਏ? ਤੇ ਦਾਸ ਨੇ ਉਸੇ ਵੇਲੇ ਸੁਤੇ ਸਿੱਧ ਇਹੀ ਕਿਹਾ ਵੀ ਜੇ ਸਤਿਕਾਰ ਨਹੀਂ ਹੋ ਰਿਹਾ ਤੁਸੀਂ ਸਾਨੂੰ ਜ਼ਰੂਰ ਇਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਭੇਜੋ, ਅਸੀਂ ਉਹਨਾਂ ਦਾ ਮਾਣ ਮਰਿਆਦਾ ਸਤਿਕਾਰ ਕਰਾਂਗੇ। ਇਹ ਸਾਰਾ ਕੰਮ ਤੁਸੀਂ ਸਾਡੇ ਗ੍ਰੰਥੀ ਸਾਹਿਬ ਨਾਲ ਕੋਆਰਡੀਨੇਟ ਕਰ ਲੈਣਾ। ਇੰਨੀ ਕੁ ਗੱਲ ਹੋਈ ਹੈ। ਉਸ ਤੋਂ ਬਾਅਦ ਭਜਨੀਤ ਸਿੰਘ ਨਾਲ ਕੋਈ ਕਮਿਊਨੀਕੇਸ਼ਨ ਨਹੀਂ, ਕੋਈ ਚੈਟ ਨਹੀਂ, ਕੋਈ ਇਸ ਕਿਸਮ ਦਾ ਕੋਈ ਈਮੇਲ ਰਾਹੀਂ ਕੋਈ ਕਮਿਊਨੀਕੇਸ਼ਨ ਨਹੀਂ ਹੋਇਆ।
ਗ੍ਰੰਥੀ ਸਾਹਿਬ ਦੇ ਨਾਲ ਕੋਆਰਡੀਨੇਟ ਕੀਤਾ ਗਿਆ ਭਜਨੀਤ ਸਿੰਘ ਵੱਲੋਂ। ਅਚਨਚੇਤ ਇੱਕ ਦਿਨ ਇਹ ਡਿਲੀਵਰੀ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ, UPS ਰਾਹੀਂ ਡਿਲੀਵਰ ਕੀਤੇ ਗਏ, ਜਿਸ ਦਾ ਸਾਨੂੰ ਬਹੁਤ ਅਫਸੋਸ ਹੈ। ਤੇ ਸਾਡੀ ਗਲਤੀ ਇਹੀ ਹੈ ਕਿ ਅਸੀਂ ਉਸ ਵੇਲੇ ਇਸ ਦੀ ਇਤਲਾਹ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਨੂੰ ਨਹੀਂ ਦੇ ਸਕੇ। ਪਰ ਉਹਨਾਂ ਸਰੂਪਾਂ ਨੂੰ ਸੰਸਕਾਰ ਤਹਿਤ ਗੁਰਦੁਆਰਾ ਸਾਹਿਬ ਦੇ ਵਿੱਚ ਰੱਖਿਆ ਗਿਆ, ਪੜਤਾਲ ਕੀਤੀ ਗਈ, ਘੋਖ ਕੀਤੀ ਗਈ ਵੀ ਇਹਨਾਂ 'ਚ ਬਿੰਦੀ ਤਿੱਪੀ ਕੋਈ ਇਸ ਕਿਸਮ ਦੀ ਅਦਲਾ ਬਦਲੀ ਨਹੀਂ ਹੈ। ਉਹਦੇ 'ਚ ਲੱਗਿਆ ਹੋਇਆ ਸੀਲ ਲੱਗੀ ਹੋਈ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਛਾਪੇ ਦੇ PDF ਦੇ ਆਧਾਰ ਦੇ ਉੱਤੇ ਇਹ ਛਾਪੇ ਗਏ ਨੇ। ਔਰ ਜਦੋਂ 3-4 ਵਾਰੀ ਚੈੱਕ ਕਰਕੇ ਜਦੋਂ ਕਨਫਰਮ ਹੋ ਗਿਆ ਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਹੀ ਨੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਜਾਂਦੇ ਰਹੇ ਨੇ, ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਅਸੀਂ ਅਨਾਉਂਸਮੈਂਟ ਕੀਤੀ ਹੈ, ਜਿਨ੍ਹਾਂ ਨੂੰ ਚਾਹੀਦੇ ਨੇ ਸਤਿਕਾਰ ਤਹਿਤ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਪਣੇ ਘਰ ਲਿਜਾ ਸਕਦੇ ਨੇ। ਅਸੀਂ ਨਾਲ ਪੀੜਾ ਸਾਹਿਬ ਬਣਾ ਕੇ ਕਈ ਥਾਵਾਂ ਦੇ ਉੱਤੇ ਨਾਲ ਚੌਰ ਦਿੱਤੀ, ਨਾਲ ਜਿਹੜੇ ਵੀ ਚਾਨਣੀ ਜੋ ਵੀ ਰੁਮਾਲੇ ਉਹਨਾਂ ਨੂੰ ਚਾਹੀਦੇ ਸੀਗੇ ਉਹ ਸਾਰੇ ਅਸੀਂ ਨਾਲ ਭੇਜ ਕੇ ਕਈ ਥਾਵਾਂ ਦੇ ਉੱਤੇ ਜਾ ਕੇ ਘਰਾਂ 'ਚ ਅਸੀਂ ਆਪ ਖੁਦ ਸਾਡੇ ਸੇਵਾਦਾਰਾਂ ਨੇ ਪ੍ਰਕਾਸ਼ ਕਰਵਾਏ। ਔਰ ਇਹਦੀ ਕੋਈ ਅਸੀਂ ਭੇਟਾ ਨੀਅਤ ਨਹੀਂ ਕੀਤੀ, ਕਿਤੇ ਅਨਾਉਂਸਮੈਂਟ ਨਹੀਂ ਕੀਤਾ ਕਿ ਜੀ ਇੰਨੀ ਕੀਮਤ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇੱਥੇ ਲਿਜਾਏ ਜਾ ਸਕਦੇ ਨੇ। ਜੋ ਸ਼ਰਧਾ ਸੀ, ਜਿਸ ਤਰ੍ਹਾਂ ਉਹ ਅੱਗੇ ਵੀ ਜਦੋਂ ਤੁਸੀਂ ਕੋਈ ਸਾਡੇ ਗੁਰਦੁਆਰੇ ਕੋਈ ਆ ਕੇ ਰੁਮਾਲਾ ਲੈਂਦਾ, ਜਿੰਨੀ ਸ਼ਰਧਾ ਉਹ ਗੁਰੂ ਗੋਲਕ 'ਚ ਪਾ ਦਿੰਦੇ ਨੇ। ਇਸੇ ਤਰ੍ਹਾਂ ਹੀ ਉਹ ਸੰਗਤਾਂ ਨੇ ਆਪਣੇ ਸ਼ਰਧਾ ਅਨੁਸਾਰ ਜੋ ਵੀ ਉਹਨਾਂ ਨੇ ਭੇਟਾ ਦਿੱਤੀ ਹੈ ਉਹ ਗੁਰਦੁਆਰਾ ਸਾਹਿਬ ਦੀ ਗੋਲਕ 'ਚ ਗਈ ਹੈ। ਔਰ ਜਿਹੜੀ ਤੀਜੀ ਗੱਲ ਇਹ ਹੈ, ਸਾਨੂੰ ਇਸ ਗੱਲ ਦਾ ਵੀ ਕੋਈ ਉਸ ਵੇਲੇ ਜਦੋਂ ਇਹ ਕਾਲ ਆਈ ਹੈ ਉਸ ਵਾਲੇ ਮਨ 'ਚ ਧਿਆਨ ਨਹੀਂ ਰਿਹਾ ਵੀ ਇਹ ਜਿਹੜੇ ਸਰੂਪ ਨੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਅਧਿਕਾਰ ਇਸ ਤੋਂ ਬਾਹਰ ਜਾ ਕੇ ਕਿਸੇ ਨੇ ਕਰਵਾਏ ਨੇ, ਕਿਉਂਕਿ ਸਾਨੂੰ ਉਸ ਵੇਲੇ ਇਸ ਗੱਲ ਦਾ ਮੈਨੇ ਧਿਆਨ ਸੀ ਵੀ ਇਹ ਕਿਹਾ ਜਾ ਰਿਹਾ ਸੀ ਵੀ ਇਹ ਸਰੂਪਾਂ ਦੀ ਬੇਅਦਬੀ ਹੋ ਰਹੀ ਹੈ ਤੇ ਉੱਥੇ ਵੇਅਰ ਹਾਊਸ ਪਏ ਨੇ। ਉਸ ਵੇਲੇ ਸੁਤੇ ਸਿੱਧ ਇਹੀ ਕਿਹਾ ਵੀ ਹਾਂਜੀ ਭੇਜ ਦਿਓ ਜੀ, ਬਾਕੀ ਥਾਵਾਂ ਤੇ ਵੀ ਆ ਰਹੇ ਨੇ ਸਾਡੇ ਵੀ ਭੇਜ ਦਿਓ। ਸੋ ਇਹ ਦੋ ਇਸ਼ੂਜ਼ ਨੇ। ਬਾਕੀ ਥਾਵਾਂ ਤੇ ਤੁਹਾਨੂੰ ਨੌਲੇਜ ਹੈਗੀ ਬਾਕੀ ਥਾਵਾਂ ਤੇ ਕਿੱਥੇ ਗਏ ਹੋਰ? ਹਾਂਜੀ, ਬਾਕੀ ਥਾਵਾਂ ਤੇ ਹੋਰ ਕਿੱਥੇ ਗਏ? ਬਾਕੀ ਥਾਵਾਂ ਤੇ ਉਹਦੇ ਜਿਹੜੀ ਮੈਨੂੰ ਉਹਨੇ ਭਜਨੀਤ ਸਿੰਘ ਨੇ ਦੱਸਿਆ ਵੀ ਨਾਰਥ ਕੈਰੋਲਾਈਨਾ, ਸ਼ਾਰਲਟ ਨਾਰਥ ਕੈਰੋਲਾਈਨਾ ਗਏ ਨੇ, ਹਿਊਸਟਨ ਗਏ ਨੇ, ਟੈਕਸਸ, ਸ਼ਿਕਾਗੋ ਭੇਜੇ ਗਏ ਨੇ ਤੇ ਮਿਸ਼ੀਗਨ ਤੇ ਠੀਕ ਹੈ, ਬਾਕੀ ਮੈਰੀਲੈਂਡ ਗਏ ਨੇ। ਠੀਕ ਹੈ, ਹੋਰ ਮੈਨੂੰ ਇੰਨੀ ਕੁ ਮੈਨੂੰ ਜਾਣਕਾਰੀ ਹੈ। ਪਰ ਜਿਹੜੇ ਹੁਣ ਧਰਮਿੰਦਰ ਸਿੰਘ ਨੇ ਵੀਡੀਓ ਜਾਰੀ ਕੀਤੀ ਉਹ ਤਾਂ ਕਹਿ ਰਿਹਾ ਕਿ ਮੈਂ 2014 ਤੋਂ ਇਹ ਛਾਪ ਰਿਹਾ, ਤੇ ਹੁਣ ਰੱਬ ਜਾਣੇ ਉਹ ਕਿੰਨਾ ਗੁਰੂ ਘਰਾਂ 'ਚ ਗਏ ਨੇ, ਕਿਤੇ ਸਰੂਪ ਹੋਰ ਬਾਕੀ ਥਾਵਾਂ ਤੇ ਭੇਜੇ ਗਏ ਨੇ, ਇਹ ਤਾਂ ਧਰਮਿੰਦਰ ਸਿੰਘ ਜਾਣਦਾ ਜੀ ਜਾਂ ਕੋਈ ਹੋਰ ਉਹਦੇ। ਠੀਕ ਹੈ। ਸੋ ਡਾਕਟਰ ਸਾਹਿਬ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢ ਕੇ ਆਪਣਾ ਸਾਰਾ ਸਪਸ਼ਟੀਕਰਨ ਕੀਤਾ। ਸੋ ਇੱਕ ਵਾਰੀ ਸਾਰੀ ਜਿਹੜੀ ਗੱਲਬਾਤ ਜਿਹੜੀ ਖੋਲ ਕੇ ਤੁਸੀਂ ਸਾਰੀ ਦੱਸੀ, ਸੋ ਸਾਨੂੰ ਜੁਆਇਨ ਕਰਦਾ ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ ਬਾਜਵਾ ਜੀ। ਤੇ ਮੈਂ ਇਸ ਗੱਲ ਦੀ ਵੀ ਤੁਹਾਡੀ ਮੈਂ ਪ੍ਰਸ਼ੰਸਾ ਕਰਨਾ ਚਾਹੁੰਦਾ ਵੀ ਤੁਸੀਂ ਇੱਕ ਸੁਹਿਰਦ ਸਿੱਖ ਦੇ ਤੌਰ ਦੇ ਉੱਤੇ ਸਹੀ ਜਾਣਕਾਰੀ ਪਹੁੰਚਾਉਣ ਲਈ, ਤਾਂ ਕਿ ਕੌਮ ਦੇ ਵਿੱਚ ਇਤਫਾਕੀ, ਬੇਵਿਸ਼ਵਾਸੀ ਤੇ ਬੇਚੈਨੀ ਨਾ ਫੈਲੇ, ਇਹੀ ਇੱਕ ਮੀਡੀਆ ਦਾ ਸਹੀ ਰੋਲ ਹੋਣਾ ਚਾਹੀਦਾ। ਪਰ ਸਾਡੇ ਬਿਨਾਂ ਜਾਣਕਾਰੀ ਲਏ, ਬਿਨਾਂ ਸਵਾਲ ਕੀਤੇ, ਬਿਨਾਂ ਜਿਹੜਾ ਬੰਦਾ ਇਨਵੋਲਵ ਹੈ ਉਹਦੇ ਤੋਂ ਜਾਣਕਾਰੀ ਲਏ ਬਗੈਰ ਅਸੀਂ ਉਹੀ ਗੱਲ ਅੱਗੇ ਫੋਲੋ ਕਰ ਦਿੰਦੇ ਹਾਂ। ਇਹ ਵੀ ਮੈਂ ਸਮਝਦਾ ਵੀ ਸਹੀ ਰੋਲ ਨਹੀਂ ਹੈ, ਨਾ ਮੀਡੀਆ ਦਾ ਹੈ, ਨਾ ਸਿੱਖ ਸੰਗਤਾਂ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਸੁਹਿਰਦ ਕਹਿੰਦੇ ਨੇ। ਇਹ ਸਾਨੂੰ ਇੱਕ ਪ੍ਰਥਾ ਬਣਾਉਣੀ ਪੈਣੀ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਕੌਮ ਅਸੀਂ ਇਕੱਠੇ ਹੋ ਕੇ ਸਾਡੇ ਆਉਣ ਵਾਲੇ ਚੈਲੰਜਸ ਨੂੰ ਅਸੀਂ ਸਹੀ ਤਰੀਕੇ ਨਾਲ ਉਹਦਾ ਸਮਾਧਾਨ ਲੱਭ ਸਕੀਏ। ਸੋ ਹੋਏ ਇਕੱਠਾ ਮਿਲੋ ਮੇਰੇ ਭਾਈ ਸਾਰੇ ਕਹਿੰਦੇ ਨੇ, ਬਿਲਕੁਲ ਅਮਲ ਕੋਈ ਨਹੀਂ ਕਰਦਾ, ਲੱਭਦੇ ਨੇ ਕੋਈ ਨਾ ਕੋਈ। ਆ ਕੇ ਅਸੀਂ ਬਸ ਠੋਕ ਦੋ ਜੀ, ਟੰਗ ਦੋ ਜੀ, ਇਹਨੂੰ ਲਾ ਦੋ ਜੀ, ਇਹ ਕਰ ਦੋ, ਇਹ ਐਟੀਟਿਊਡ ਠੀਕ ਨਹੀਂ ਹੈ। ਇਹ ਜੇ ਜਿਸ ਦੀ ਕੋਈ ਗਲਤੀ ਹੈ, ਜੇ ਕੋਈ ਮੰਨ ਰਿਹਾ, ਨਾਲੇ ਅਸੀਂ ਕੋਆਪਰੇਟ ਕਰ ਰਹੇ ਹਾਂ, ਅਸੀਂ ਤਾਂ ਪਾਰਟੀ ਨੂੰ ਮੀਟਿੰਗ 'ਚ ਜਾ ਕੇ ਖੁੱਲ ਕੇ ਗੱਲ ਸਾਰੇ ਸਵਾਲ ਜਵਾਬ ਦਿੱਤੇ ਨੇ, ਇਹ ਵੀਡੀਓ ਰਿਕਾਰਡ ਹੋਈ ਹੈ। ਸਾਨੂੰ ਇਸ ਗੱਲ ਦੀ ਕੋਈ ਅਸੀਂ ਕਾਹਦੀ ਅਸੀਂ ਕਿਸ ਤੋਂ ਛੁਪਾਉਣਾ? ਬਿਲਕੁਲ ਸਾਰਾ ਖੁੱਲਾ ਹੈਗਾ ਦੇ ਸਾਹਮਣੇ। 44 ਸਾਲ ਹੋ ਗਏ ਮੈਨੂੰ ਇੱਥੇ ਅਮਰੀਕਾ ਦੇ ਵਿੱਚ ਕੌਮ ਦੇ ਕੰਮ ਕਰਦੇ ਆ। ਸਾਨੂੰ ਪਤਾ ਹੈ ਵੀ ਭਾਵਨਾਵਾਂ ਕਿਸ ਤਰ੍ਹਾਂ ਇਸ ਤਰ੍ਹਾਂ ਸਾਨੂੰ ਧਿਆਨ ਰੱਖਣ ਦੀ ਲੋੜ ਹੈ। ਬਿਲਕੁਲ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਡਾਕਟਰ ਰਾਜਵੰਤ ਸਿੰਘ ਜੀ। ਦੋਸਤੋ, ਗੁਰੂ ਪਿਆਰੀ ਸਾਧ ਸੰਗਤ ਜੀ, ਜਿੱਦਾਂ ਜਿੰਨੀ ਵੀ ਇਨਫੋਰਮੇਸ਼ਨ ਸਾਡੇ ਕੋਲ ਮਿਲੀ ਸੀ, ਜਿਹੜੇ ਸਾਡੇ ਕੋਲ ਸਵਾਲ ਸੀ, ਅਸੀਂ ਉਹਨਾਂ ਨੂੰ ਕੀਤੇ, ਉਹਨਾਂ ਨੇ ਜਵਾਬ ਦਿੱਤਾ। ਸੋ ਆਪਾਂ ਨੂੰ ਅੱਜ ਸਾਰਿਆਂ ਨੂੰ ਲੋੜ ਹੈ ਕਿ ਕੋਈ ਵੀ ਜਿਹੜੀ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਗਏ, ਜਿੱਦਾਂ ਉਹਨਾਂ ਨੇ ਕਾਫੀ ਸਟੇਟਸ ਦਾ ਨਾਮ ਦੱਸਿਆ, ਉਹ ਕਹਿੰਦੇ 2014 ਤੋਂ ਉਹ ਦੇ ਰਹੇ, ਜਿਹੜੇ ਵੀ ਗੁਰੂ ਘਰਾਂ 'ਚ ਗਏ ਹੈ ਉਹਨਾਂ ਨੂੰ ਸਾਰਾ ਚੰਗੀ ਤਰ੍ਹਾਂ ਛਾਣਬੀਨ ਕਰਨੀ ਚਾਹੀਦੀ ਹੈ। ਇਹਦੇ ਵਿੱਚ ਕੋਈ ਚੇਂਜਸ ਤੇ ਨਹੀਂ ਆਈ। ਜਦੋਂ ਉਹ ਆਪ ਮੰਨ ਰਿਹਾ ਹੈ ਕਿ ਆਨੰਦ
ਸੁਰਿੰਦਰ ਸਿੰਘ ਕਿ ਮੈਂ 2014-19 ਤੋਂ ਵੀ ਪਹਿਲਾਂ ਦਾ ਇਹ ਕਰ ਰਿਹਾ ਹਾਂ। ਸੋ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਨਾਲ ਜੇ ਸਾਡੇ ਕੋਲ ਕੋਈ ਇਨਫੋਰਮੇਸ਼ਨ ਆਏਗੀ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿੱਥੇ ਵੀ ਗਏ ਹਨ ਇਹ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਹੋਈ ਹੈ, ਇਹਦੇ ਵਿੱਚ ਕੋਈ ਦੂਜੀ ਰਾਈ ਨਹੀਂ, ਬੇਅਦਬੀ ਹੋਈ ਹੈ। ਇਸ ਦੇ ਵਿੱਚ ਇੱਕ ਆਪਣੀ ਕੌਮ ਦੇ ਲਈ ਇੱਕ ਵੇਕਅਪ ਕਾਲ ਹੈ। ਸੋ ਫਿਰ ਅਸੀਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਜ਼ਰੂਰ ਸਾਂਝੀ ਕਰਾਂਗੇ। ਸੋ ਉਦੋਂ ਤੱਕ ਲਈ ਬਲਵਿੰਦਰ ਸਿੰਘ ਬਾਜਵਾ ਨੂੰ ਇਜਾਜ਼ਤ ਦਿਓ। ਪ੍ਰੋਗਰਾਮ ਧਾਰਮਿਕ ਟਾਈਪ ਸੀ, ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਸੋ ਅਸੀਂ ਖਿਮਾ ਦੇ ਜਾਚਕ ਹਾਂ। ਤੋਂ ਹਮੇਸ਼ਾ ਕੋਸ਼ਿਸ਼ ਕੀਤੀ ਹੈ, ਕਰਦੇ ਰਹੇ ਹਾਂ ਅੱਜ ਤੱਕ ਕਿ ਜੋ ਵੀ ਇੱਕ ਸੱਚਾਈ ਦੀ ਗੱਲ ਹੈ ਜਿਹੜੀ ਕਮਿਊਨਿਟੀ ਦੀ ਕੋਈ ਵੀ ਹੋਵੇ ਅਸੀਂ ਹਮੇਸ਼ਾ ਹੀ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਕਰਕੇ ਅਸੀਂ ਅੱਜ ਉਹਨਾਂ ਨੂੰ ਲਾਈਨ ਤੇ ਲੈ ਕੇ ਆਏ ਸੀ। ਅਸੀਂ ਕੋਸ਼ਿਸ਼ ਕਰਾਂਗੇ ਹੋਰ ਵੀ ਜਿਨ੍ਹਾਂ ਦੇ ਨਾਂ ਆ ਰਹੇ ਹਨ ਉਹਨਾਂ ਦੇ ਨਾਲ ਵੀ ਜੇ ਉਹ ਗੱਲ ਕਰਨੀ ਚਾਹੁੰਦੇ ਹੋਣ, ਪਰ ਕਈਆਂ ਨੇ ਗੱਲ ਸਾਡੇ ਨਾਲ ਨਹੀਂ ਕਰਨੀ ਚਾਹੀ, ਇਹਨਾਂ ਨੇ ਗੱਲ ਕਰ ਲਈ, ਇਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ, ਉਹ ਵੀ ਅਸੀਂ ਜ਼ਰੂਰ ਲੈ ਕੇ ਆਵਾਂਗੇ। ਸੋ ਹੁਣ ਦਿਓ ਇਜਾਜ਼ਤ। ਗੁਰਫਤਿਹ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।